ਹਾਜ਼ਰੀਨ, ਆਓ ਸਭ ਤੋਂ ਪਹਿਲਾਂ ਗੁਰਦੇਵ ਪਾਤਸ਼ਾਹ ਦੀ ਬਖਸ਼ਿਸ਼ ਪਵਿੱਤਰ ਫਤਿਹ ਬੁਲੰਦ ਕਰੀਏ। ਸਤਿਕਾਰ ਸਹਿਤ ਆਖਣਾ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜਿਸ ਤਰ੍ਹਾਂ ਕਿ ਆਪਣੇ ਪਿਛਲੇ ਵਿਖਿਆਨ ਦੇ ਦੌਰਾਨ ਮੈਂ ਤੁਹਾਡੇ ਨਾਲ ਕੁਝ ਵਿਚਾਰ ਸਾਂਝੇ ਕੀਤੇ ਸੀ ਕਿ ਜਿਹੜਾ ਬਾਬਰੀ ਮਸਜਿਦ ਨੂੰ ਢਾਉਣ ਤੋਂ ਬਾਅਦ ਰਾਮ ਮੰਦਿਰ ਦਾ ਉਦਘਾਟਨ ਕੀਤਾ ਗਿਆ, ਉਸ ਸਮਾਰੋਹ ਦੇ ਸਮੇਂ ਦੇਸ਼ ਦੇ ਪ੍ਰਧਾਨ ਮੰਤਰੀ ਦੇ ਵੱਲੋਂ ਇਹ ਬਿਆਨ ਆ ਜਾਣਾ ਕਿ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਗੋਬਿੰਦ ਰਾਮਾਇਣ ਨਾਮ ਦੇ ਗ੍ਰੰਥ ਦੀ ਰਚਨਾ ਕੀਤੀ। ਉਸ ਤੋਂ ਬਾਅਦ ਮੀਡੀਆ ਦੇ ਵਿੱਚ ਇਸ ਚਰਚਾ ਦਾ ਜਨਮ ਲੈਣਾ ਔਰ ਖਾਸ ਕਰਕੇ ਭਾਸ਼ਾ ਵਿਭਾਗ ਦੇ ਵੱਲੋਂ ਬਲਜੀਤ ਕੌਰ ਤੁਲਸੀ ਦੇ ਵੱਲੋਂ ਗੋਬਿੰਦ ਰਾਮਾਇਣ ਦੇ ਨਾਮ ਹੇਠ ਰਾਮ ਅਵਤਾਰ ਦਾ ਜਿਹੜਾ ਅਨੁਵਾਦ ਹੈ ਉਹ ਸਾਡੇ ਸਾਹਮਣੇ ਆ ਜਾਣਾ। ਇਹਨਾਂ ਸਾਰੀਆਂ ਹੀ ਜਿਹੜੀਆਂ ਕਹਿ ਸਕਦਾ ਕਿ ਵਰਤਾਰੇ ਵਾਪਰਦੇ ਨੇ, ਇਹਨਾਂ ਵਰਤਾਰਿਆਂ ਤੋਂ ਪਹਿਲਾਂ ਜਿਹੜੀ ਸੰਘ ਦੇ ਵੱਲੋਂ ਇੱਕ ਪਿੱਠ ਭੂਮੀ ਤਿਆਰ ਕੀਤੀ ਗਈ, ਉਸ ਦਾ ਆਧਾਰ ਤਿਆਰ ਕੀਤਾ ਗਿਆ ਕਿ ਕਿਸ ਤਰ੍ਹਾਂ ਦੇ ਨਾਲ ਸਿੱਖਾਂ ਨੂੰ ਇਸ ਮੁੱਦੇ ਦੇ ਨਾਲ ਜੋੜਿਆ ਜਾਵੇ, ਉਹ ਬੜਾ ਅਹਿਮ ਸੀ, ਜਿਸ ਦੇ ਬਾਰੇ ਸਾਰੀ ਗੱਲਬਾਤ ਇਸੇ ਹੀ ਲੈਕਚਰ ਦੀ ਪਿਛਲੀ ਲੜੀ ਦੇ ਵਿੱਚ ਮੈਂ ਤੁਹਾਡੇ ਨਾਲ ਸਾਂਝੀ ਕਰ ਚੁੱਕਾ ਹਾਂ ਕਿ ਬਾਬਰੀ ਮਸਜਿਦ ਨੂੰ ਢਾਉਣ ਤੋਂ ਪਹਿਲਾਂ 2 ਸਾਲ ਤਕਰੀਬਨ ਪਹਿਲਾਂ ਇਹਨਾਂ ਦੇ ਵੱਲੋਂ ਸਿੱਖ ਇਤਿਹਾਸ ਵਿੱਚ ਸ਼੍ਰੀ ਰਾਮ ਜਨਮ ਭੂਮੀ ਨਾਮ ਦੀ ਇੱਕ ਵੱਡੀ ਕਿਤਾਬ ਜਿਹੜੀ ਸੀ ਉਹ ਛਾਪ ਦਿੱਤੀ ਗਈ। ਜਦੋਂ ਹੁਣ ਅਸੀਂ ਇਸ ਮੁੱਦੇ ਦੇ ਉੱਪਰ ਗੱਲ ਕਰਨੀ ਹੈ ਤੇ ਮੇਰੇ ਖਿਆਲ ਦੇ ਨਾਲ ਸਾਡੀ ਸਭ ਤੋਂ ਪਹਿਲੀ ਜਿਹੜੀ ਅਹਿਮੀਅਤ ਹੋਣੀ ਚਾਹੀਦੀ ਹੈ ਕਿ ਅਸੀਂ ਸਿੱਖ ਰਹਿਤ ਮਰਿਆਦਾ ਦੇ ਦਾਇਰੇ ਦੇ ਅੰਦਰ ਰਹਿ ਕੇ ਇਸ ਸਾਰੇ ਪੱਖ ਦਾ ਵਿਸ਼ਲੇਸ਼ਣ ਕਰਨਾ ਹੈ। ਤੇ ਜਿਹੜੀ ਸਿੱਖ ਦੀ ਤਾਰੀਫ ਹੈ, ਉਸ ਤਾਰੀਫ ਦੇ ਵਿੱਚ ਬੜਾ ਅਹਿਮ ਹੈ ਕਿ ਸਾਡਾ ਨਿਸ਼ਚਾ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਉੱਪਰ ਹੋਣਾ ਚਾਹੀਦਾ ਹੈ। ਤੇ ਮੈਂ ਇਸ ਗੱਲ ਦੀ ਕਦੀ ਵੀ ਵਜ਼ਾਹਤ ਨਹੀਂ ਕਰਦਾ ਕਿਉਂਕਿ ਸਿੱਖ ਰਹਿਤ ਮਰਿਆਦਾ ਦੇ ਮੁਤਾਬਕ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਮੁਕਾਬਲੇ ਕਿਸੇ ਹੋਰ ਗ੍ਰੰਥ ਦਾ ਪ੍ਰਕਾਸ਼ ਨਹੀਂ ਕੀਤਾ ਜਾ ਸਕਦਾ। ਸੋ ਇਸ ਮੁੱਦੇ ਦੇ ਉੱਪਰ ਮੈਂ ਬਹੁਤ ਸਪਸ਼ਟ ਹਾਂ ਔਰ ਹਰ ਸਿੱਖ ਨੂੰ ਪੰਥ ਪ੍ਰਵਾਨਿਤ ਸਿੱਖ ਰਹਿਤ ਮਰਿਆਦਾ ਦੇ ਦਾਇਰੇ ਦੇ ਅੰਦਰ ਆਪਣੇ ਜੀਵਨ ਨੂੰ ਗੁਜ਼ਾਰਦਿਆਂ ਇਸ ਤੱਥ ਦੇ ਉੱਪਰ ਸਾਨੂੰ ਇੱਕਮਤ ਹੋਣਾ ਪਵੇਗਾ। ਹੁਣ ਅਹਿਮ ਗੱਲ ਆ ਜਾਂਦੀ ਹੈ ਕਿ ਜਦੋਂ ਨਰਿੰਦਰ ਮੋਦੀ ਦਾ ਇਹ ਬਿਆਨ ਆਇਆ ਤਾਂ ਮੇਰੇ ਖਿਆਲ ਦੇ ਨਾਲ ਸਾਡੀ ਜਿਹੜੀ ਸੰਗਠਿਤ ਸ਼ਕਤੀ ਉਸ ਬਿਆਨ ਦੇ ਖਿਲਾਫ ਇਕੱਠੀ ਹੋਣੀ ਚਾਹੀਦੀ ਸੀ, ਭਾਵ ਕਿ ਸਮੁੱਚੀ ਸਿੱਖ ਕੌਮ ਦੇ ਅੰਦਰੋਂ ਇੱਕ ਤਰ੍ਹਾਂ ਦਾ ਪ੍ਰਤੀਕਰਮ ਜਿਹੜਾ ਹੈ ਉਹ ਪੈਦਾ ਹੋਣਾ ਚਾਹੀਦਾ ਸੀ, ਪਰ ਉਹ ਪ੍ਰਤੀਕਰਮ ਪੈਦਾ ਨਹੀਂ ਹੋਇਆ। ਉਹਦਾ ਪ੍ਰਤੀਕਰਮ ਹੋਇਆ ਕੀ ਹੈ ਕਿ ਸਾਡੇ ਵਿੱਚ ਅੰਤਰ ਵਿਰੋਧ ਦੀ ਜਿਹੜੀ ਜੰਗ ਹੈ ਉਹ ਛਿੜ ਗਈ ਹੈ। ਹੁਣ ਉਹ ਜਿਹੜੀ ਅੰਤਰ ਵਿਰੋਧ ਦੀ ਜੰਗ ਛਿੜੀ ਹੈ ਉਹਦੇ ਵਿੱਚ ਦਸਮ ਗ੍ਰੰਥ ਗੁਰੂਕ੍ਰਿਤ ਹੈ ਜਾਂ ਨਹੀਂ, ਕਾਲਕਾ ਪੰਥ ਜਾਂ ਖਾਲਸਾ ਪੰਥ, ਦਸਮ ਗ੍ਰੰਥ ਨੂੰ ਮੰਨਣਾ ਜਾਂ ਨਹੀਂ ਮੰਨਣਾ, ਦਸਮ ਗ੍ਰੰਥ ਗੁਰੂਕ੍ਰਿਤ ਹੈ ਜਾਂ ਨਹੀਂ, ਇਹਦਾ ਸਿੱਖ ਧਰਮ ਦੇ ਵਿੱਚ ਕੋਈ ਸਥਾਨ ਹੈ ਜਾਂ ਨਹੀਂ, ਇਹ ਲੈ ਕੇ ਸਾਡੇ ਆਪਸ ਦੇ ਵਿੱਚ ਇੱਕ ਬਹੁਤ ਵੱਡੀ ਚਰਚਾ ਨੇ ਜਨਮ ਲਿਆ। ਮੈਂ ਦੋਹਾਂ ਪੱਖਾਂ ਦੀ ਗੱਲ ਤੁਹਾਡੇ ਨਾਲ ਰੱਖਣਾ ਚਾਹੂੰਗਾ ਕਿਉਂਕਿ ਜਿਹੜਾ ਪੱਖ ਜਿਹਦੇ ਨਾਲ ਮੈਨੂੰ ਵੀ ਸੰਬੰਧਿਤ ਗਿਣਿਆ ਜਾਂਦਾ ਮਿਸ਼ਨਰੀ, ਉਸ ਪੱਖ ਦੇ ਵਿੱਚ ਇਸ ਸਾਰੇ ਮੁੱਦੇ ਵਿੱਚੋਂ ਨਿਕਲਣਾ ਤੇ ਇਹਦਾ ਹੱਲ ਲੱਭਣਾ ਬੜਾ ਸੌਖਾ ਜਿਹਾ। ਉਹ ਹੈ ਕਿ ਦਸਮ ਗ੍ਰੰਥ ਦਾ ਸਿੱਖ ਇਤਿਹਾਸ ਦੇ ਨਾਲ ਜਾਂ ਸਾਡੇ ਸਰੋਤਾਂ ਦੇ ਨਾਲ ਜਾਂ ਸਾਡੀਆਂ ਮਾਨਤਾਵਾਂ ਦੇ ਨਾਲ ਕੋਈ ਸੰਬੰਧ ਨਹੀਂ, ਇਹ ਕਹਿ ਕੇ ਸੁਰਖਰੂ ਹੋਇਆ ਜਾ ਸਕਦਾ ਹੈ। ਪਰ ਇਹਦਾ ਇੱਕ ਸਭ ਤੋਂ ਵੱਡਾ ਨੁਕਸਾਨ ਹੈ ਕਿ ਸਿੱਖਾਂ ਦੀ ਬਹੁ ਗਿਣਤੀ ਤੇ ਬਹੁਤ ਸਾਰੀਆਂ ਜਿਹੜੀਆਂ ਸੰਪਰਦਾਵਾਂ ਨੇ ਉਹ ਇਸ ਨੂੰ ਗੁਰੂਕ੍ਰਿਤ ਮੰਨਦੀਆਂ ਨੇ। ਉਹਨਾਂ ਦੇ ਵਿੱਚ ਵੀ ਅੱਗੋਂ 2 ਤਰ੍ਹਾਂ ਦੀਆਂ ਵਿਚਾਰਧਾਰਾਵਾਂ ਨੇ। ਇੱਕ ਵਿਚਾਰਧਾਰਾ ਇਹ ਕਹਿੰਦੀ ਹੈ ਕਿ ਦਸਮ ਗ੍ਰੰਥ ਜਾਂ ਬਚਿੱਤਰ ਨਾਟਕ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਸਾਰੀ ਹੀ ਸੁਤੰਤਰ ਰਚਨਾ ਹੈ, ਤੇ ਦੂਸਰੀ ਪ੍ਰਣਾਲੀ ਦਾ ਇਹ ਮਤ ਹੈ ਕਿ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਵੱਲੋਂ ਹਿੰਦੁਸਤਾਨ ਦੇ ਵੱਖ-ਵੱਖ ਧਾਰਮਿਕ ਗ੍ਰੰਥਾਂ ਦੇ ਉਲਥੇ ਪੰਜਾਬੀ ਦੇ ਵਿੱਚ ਕਰਵਾਏ ਗਏ। ਹੁਣ ਸਾਡੇ ਸਾਹਮਣੇ ਸਮੱਸਿਆ ਇਹ ਹੈ ਕਿ ਇੱਕ ਧਿਰ ਤਾਂ ਇਸ ਸਾਰੀ ਜ਼ਿੰਮੇਵਾਰੀ ਤੋਂ ਲਾਂਭੇ ਹੋ ਜਾਂਦੀ ਹੈ ਕਿ ਇਹ ਗੁਰੂਕ੍ਰਿਤ ਨਹੀਂ ਹੈ, ਦੂਸਰੀ ਧਿਰ ਜਿਹੜੀ ਹੈ ਕਿ ਇਹਦੇ ਅਨੁਵਾਦ ਕਰਾਏ ਗਏ ਉਹਨਾਂ ਵੱਲੋਂ ਕੋਈ ਪ੍ਰਤੀਕਰਮ ਨਹੀਂ ਆਉਂਦਾ, ਤੇ ਤੀਜੀ ਧਿਰ ਹੈ ਜਿਹੜੀ ਇਸ ਨੂੰ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਸੁਤੰਤਰ ਰਚਨਾ ਤੇ ਗੁਰੂਕ੍ਰਿਤ ਮੰਨਦੀ ਹੈ। ਉਹਨਾਂ ਦੀ ਜਿਹੜੀ ਖਾਮੋਸ਼ੀ ਹੈ ਉਹ ਸਭ ਤੋਂ ਵੱਧ ਖਤਰਨਾਕ ਹੈ। ਮੈਂ ਕੱਲ੍ਹ ਵੀ ਆਪਣੇ ਵਿਖਿਆਨ ਦੇ ਵਿੱਚ ਤੁਹਾਡੇ ਨਾਲ ਇਹੀ ਗੱਲ ਕੀਤੀ ਸੀ ਕਿ ਜਦੋਂ ਉਹਨਾਂ ਨੇ ਸਿੱਖਾਂ ਦੀ ਮਾਨਸਿਕਤਾ ਦਾ ਅਧਿਐਨ ਕੀਤਾ ਸੰਘ ਨੇ, ਕਿਉਂਕਿ ਮੈਨੂੰ ਤਕਰੀਬਨ 28 ਸਾਲ ਹੋ ਗਏ ਨੇ RSS ਦੀਆਂ ਜਿੰਨੀਆਂ ਵੀ ਲਿਖਤਾਂ ਨੇ, ਜਿੰਨੇ ਵੀ ਉਹਨਾਂ ਦੇ ਸਰੋਤ ਨੇ, ਗੋਲਵਰਕਰ ਦੇ ਬੰਚ ਆਫ ਥਾਟ ਤੋਂ ਲੈ ਕੇ ਨਵੀਂ ਆਈ ਕਿਤਾਬ RSS 360 ਤੱਕ ਤਕਰੀਬਨ ਮੈਂ ਉਹਨਾਂ ਦੀਆਂ ਸਾਰੀਆਂ ਹੀ ਪ੍ਰਕਾਸ਼ਨਾਵਾਂ ਦਾ ਅਧਿਐਨ ਕੀਤਾ ਹੈ। ਔਰ
ਮੈਨੂੰ ਇਹ ਪਤਾ ਹੈ ਕਿ ਉਹਨਾਂ ਨੇ ਜਿਹੜੀ ਸਿੱਖ ਮਾਨਸਿਕਤਾ ਦਾ ਅਧਿਐਨ ਕੀਤਾ ਹੈ, ਉਸ ਅਧਿਐਨ ਦੇ ਮੁਤਾਬਕ ਉਹਨਾਂ ਵਾਸਤੇ ਜਿਹੜੀ ਸਾਡੀ ਵਿਚਾਰਧਾਰਾ ਇਹ ਕਹਿੰਦੀ ਹੈ ਕਿ ਸਾਰੇ ਗ੍ਰੰਥਾਂ ਦਾ ਖੰਡਨ ਕਰ ਦਈਏ, ਇਹ ਕੋਈ ਬਹੁਤਾ ਵੱਡਾ ਖਤਰਾ ਨਹੀਂ। ਪਰੰਤੂ ਜਿਹੜੀ ਵਿਚਾਰਧਾਰਾ ਉਹਨਾਂ ਦੇ ਹੱਕ ਦੇ ਵਿੱਚ ਖੜੀ ਹੁੰਦੀ ਹੈ, ਉਹ ਹੈ ਜਿਹੜੀ ਸਨਾਤਨ ਮਤ ਦੇ ਅਧੀਨ ਚੱਲਦੀ ਹੈ। ਪਰ ਇਸ ਸਾਰੀ ਵਿਚਾਰਧਾਰਾ ਦੇ ਵਿੱਚ ਉਹ ਖਤਰਾ ਪਤਾ ਕਿਸ ਚੀਜ਼ ਨੂੰ ਮੰਨਦੇ ਨੇ? ਉਹ ਖਤਰਾ ਮੰਨਦੇ ਨੇ ਜਿਹੜਾ ਕਾਹਨ ਸਿੰਘ ਨਾਭਾ ਨੇ ਸਿੱਖ ਸਕੂਲ ਆਫ ਥਾਟ ਪੈਦਾ ਕੀਤਾ ਹੈ। ਉਹ ਖਤਰਾ ਮੰਨਦੇ ਨੇ ਜਿਹੜਾ ਸਰਦਾਰ ਕਪੂਰ ਸਿੰਘ ਨੇ ਸਿੱਖ ਸਕੂਲ ਆਫ ਥਾਟ ਪੈਦਾ ਕੀਤਾ ਹੈ। ਸੋ ਸਾਨੂੰ ਉਹ ਜਿਹੜਾ ਕਾਹਨ ਸਿੰਘ ਨਾਭਾ ਦਾ ਔਰ ਸਰਦਾਰ ਕਪੂਰ ਸਿੰਘ ਦਾ ਵਿਚਾਰਧਾਰਕ ਚਿੰਤਨ ਹੈ, ਜਿਹੜਾ ਉਹਦਾ ਸਕੂਲ ਆਫ ਥਾਟ ਹੈ, ਸਾਨੂੰ ਉਸ ਨੂੰ ਫਾਲੋ ਕਰਨਾ ਪਵੇਗਾ। ਨਹੀਂ ਤੇ ਮੈਂ ਫਿਰ ਦੁਬਾਰਾ ਕਹਿ ਦੇਵਾਂ ਕਿ ਖੰਡਨ ਦੀ ਪ੍ਰਕਿਰਿਆ ਦੇ ਵਿੱਚ ਖੰਡਨ ਕਰਨਾ ਬਹੁਤ ਔਖਾ ਹੈ। ਬਹੁਤ ਸਾਰੇ ਵੀਰ ਉਸ ਦਾ ਖੰਡਨ ਕਰਦੇ ਵੀ ਨੇ, ਉਹਨਾਂ ਨੂੰ ਮੁਬਾਰਕ। ਉਹਨਾਂ ਨੂੰ ਜਵਾਬ ਦੇਣਾ ਬਣਦਾ ਜਾਂ ਨਹੀਂ ਬਣਦਾ, ਇਹ ਉਹਨਾਂ ਦੀ ਜ਼ਿੰਮੇਵਾਰੀ ਹੈ। ਪਰ ਸੰਪਰਦਾਵਾਂ ਦੀ ਜਿਹੜੀ ਚੁੱਪੀ ਹੈ, ਉਹ ਸਭ ਤੋਂ ਵੱਧ ਖਤਰਨਾਕ ਹੈ। ਉਹਦੇ ਖਤਰਨਾਕ ਹੋਣ ਦਾ ਕਾਰਨ ਕੀ ਹੈ? ਕਿਉਂਕਿ ਉਹਨਾਂ ਨੇ ਇਹਨਾਂ ਗ੍ਰੰਥਾਂ ਦਾ ਅਧਿਐਨ ਜਿਹੜਾ ਹੈ, ਉਹ ਪੂਰੀ ਤਰ੍ਹਾਂ ਦੇ ਨਾਲ ਸਨਾਤਨ ਪ੍ਰਣਾਲੀ ਦੇ ਅਧੀਨ ਕਰਵਾਇਆ ਹੋਇਆ। ਉਹਨਾਂ ਨੂੰ ਔਖਾ ਲੱਗ ਰਿਹਾ ਇਸ ਦੇ ਖਿਲਾਫ ਬੋਲਣਾ। ਤੇ ਕਈ ਵਾਰੀ ਮੇਰੇ ਮਨ ਦੇ ਵਿੱਚ ਇੱਕ ਸ਼ੱਕ ਵੀ ਪੈਦਾ ਹੁੰਦਾ ਹੈ ਕਿ ਸ਼ਾਇਦ ਔਖਾ ਇਸ ਕਰਕੇ ਤਾਂ ਨਹੀਂ ਲੱਗ ਰਿਹਾ ਕਿਉਂਕਿ ਜਿਸ ਤਰ੍ਹਾਂ ਦੇ ਨਾਲ ਉਹਨਾਂ ਨੇ ਅੱਜ ਆਪਣਾ ਰਾਜਨੀਤਿਕ ਆਧਾਰ ਸਿਰਜਿਆ, ਕਿਤੇ ਉਹ ਨਾ ਖੁੱਸ ਜਾਵੇ। ਮਿਸਾਲ ਦੇ ਤੌਰ ਤੇ ਜਦੋਂ ਅਸੀਂ ਗੁਰੂ ਨਾਨਕ ਸਾਹਿਬ ਦੀਆਂ ਉਦਾਸੀਆਂ ਦੀ ਗੱਲ ਕਰਦੇ ਹਾਂ ਤਾਂ ਬੜਾ ਸਪਸ਼ਟ ਹੈ ਕਿ ਗੁਰੂ ਨਾਨਕ ਸਾਹਿਬ ਜਿਸ ਵੀ ਤੀਰਥ ਸਥਾਨ ਦੇ ਉੱਪਰ ਜਾਂਦੇ ਨੇ, ਜਿਹੜੇ ਉਸ ਸਮੇਂ ਦੇ ਪ੍ਰਚਲਿਤ ਧਰਮਾਂ ਦੇ ਤੀਰਥ ਸਥਾਨ ਨੇ, ਉਹ ਚਾਹੇ ਹਿੰਦੂ ਧਰਮ ਦੇ ਨੇ, ਉਹ ਚਾਹੇ ਬੋਧੀਆਂ ਦੇ ਨੇ, ਉਹ ਚਾਹੇ ਜੈਨੀਆਂ ਦੇ ਨੇ, ਚਾਹੇ ਉਹ ਇਸਲਾਮ ਦੇ ਨੇ, ਪਰ ਉੱਥੇ ਜਾ ਕੇ ਉਹ ਕਰਮਕਾਂਡ ਜਿਹੜਾ ਮਨੁੱਖਤਾ ਦੀਆਂ ਨੈਤਿਕ ਕਦਰਾਂ ਕੀਮਤਾਂ ਦੇ ਅਨੁਕੂਲ ਨਹੀਂ ਹੈਗਾ, ਗੁਰੂ ਨਾਨਕ ਸਾਹਿਬ ਉਸ ਦਾ ਖੰਡਨ ਕਰਦੇ ਨੇ। ਪਰ ਦੂਸਰੇ ਪਾਸੇ ਜਦੋਂ ਅੱਜ ਸਾਡੇ ਸੰਪਰਦਾਵਾਂ ਦੇ ਮੁਖੀ ਕੁੰਭ ਦੇ ਮੇਲਿਆਂ ਦੇ ਉੱਪਰ ਜਾਂਦੇ ਨੇ ਤੇ ਉਹ ਉਦਾਹਰਨ ਪਤਾ ਕੀ ਦਿੰਦੇ ਨੇ ਕਿ ਗੁਰੂ ਨਾਨਕ ਸਾਹਿਬ ਵੀ ਤਾਂ ਇਹਨਾਂ ਤੀਰਥਾਂ ਦੇ ਉੱਪਰ ਆਏ ਸੀ। ਹੁਣ ਇਸ ਗੱਲ ਨੂੰ ਸਮਝਣ ਦੀ ਲੋੜ ਹੈ ਕਿ ਗੁਰੂ ਨਾਨਕ ਸਾਹਿਬ ਦੇ ਜਾਣ ਦੇ ਵਿੱਚ ਤੇ ਇਹਨਾਂ ਦੇ ਜਾਣ ਦੇ ਵਿੱਚ ਅੰਤਰ ਕੀ ਹੈ। ਗੁਰੂ ਨਾਨਕ ਸਾਹਿਬ ਜਾਂਦੇ ਸੀ ਤੇ ਉਹ ਇਹਨਾਂ ਕਰਮਕਾਂਡਾਂ ਦਾ ਖੰਡਨ ਕਰਕੇ ਆਉਂਦੇ ਸੀ, ਤੁਸੀਂ ਜਾਂਦੇ ਹੋ ਤੇ ਇਹਨਾਂ ਕਰਮਕਾਂਡਾਂ ਦੇ ਵਿੱਚ ਲਿਪਤ ਹੋ ਜਾਂਦੇ ਹੋ। ਸੋ ਅਹਿਮ ਗੱਲ ਹੈ ਕਿ ਇਹ ਜਿਹੜੀਆਂ ਸਾਡੀਆਂ ਸੰਪਰਦਾਵਾਂ ਨੇ, ਜਿਹੜੀਆਂ ਖਾਸ ਕਰਕੇ ਬਚਿੱਤਰ ਨਾਟਕ ਜਾਂ ਦਸਮ ਗ੍ਰੰਥ ਨੂੰ ਗੁਰੂਕ੍ਰਿਤ ਮੰਨਦੀਆਂ ਸੀ, ਉਹਨਾਂ ਦਾ ਇਸ ਮੁੱਦੇ ਦੇ ਉੱਪਰ ਬੋਲਣਾ ਬਹੁਤ ਜ਼ਰੂਰੀ ਸੀ। ਉਹ ਕਿਉਂ ਨਹੀਂ ਬੋਲੇ, ਉਸ ਦਾ ਕਾਰਨ ਤੁਹਾਨੂੰ ਮੈਂ ਦੱਸ ਦਿੱਤਾ ਹੈ। ਹੁਣ ਅਸੀਂ ਜਿਹੜੀ ਅਹਿਮ ਗੱਲ ਤੇ ਆਉਂਦੇ ਹਾਂ ਕਿ ਅਸੀਂ ਇਸ ਸਾਰੇ ਵਰਤਾਰੇ ਨੂੰ ਜਿਹੜਾ ਕਾਹਨ ਸਿੰਘ ਨਾਭਾ ਜਾਂ ਸਰਦਾਰ ਕਪੂਰ ਸਿੰਘ ਨੇ ਜਿਹੜਾ ਸਾਨੂੰ ਵਿਚਾਰਧਾਰਕ ਪੱਖ ਦਿੱਤਾ ਹੈ, ਉਹ ਵਿਚਾਰਧਾਰਕ ਬੜਾ ਅਹਿਮ ਪੱਖ ਹੈ। ਉਹਦੇ ਵਿੱਚ ਹੈ ਕਿ ਇਹਨਾਂ ਸਰੋਤਾਂ ਦੀ ਵਿਆਖਿਆ ਜਿਹੜੀ ਹੈ ਉਹਦਾ ਮਿਆਰ ਕਿੰਨਾ ਉੱਚਾ ਹੋਵੇ, ਉਹ ਗੁਰਮਤਿ ਵਿਆਖਿਆਵਾਂ ਦੇ ਕਿੰਨਾ ਅਨੁਕੂਲ ਹੋਵੇ, ਜਿਹਦੇ ਵਿੱਚ ਸਾਨੂੰ ਦਸ਼ਰਥ ਪੁੱਤਰ ਰਾਮ ਦਾ ਤੇ ਅਕਾਲ ਬੋਧਿਕ ਰਾਮ ਦਾ ਜਿਹੜਾ ਉਹ ਬੋਧ ਹੋ ਜਾਵੇ। ਮਿਸਾਲ ਦੇ ਤੌਰ ਤੇ ਹੁਣ ਜਦੋਂ ਗੁਰੂ ਨਾਨਕ ਸਾਹਿਬ ਇਹ ਗੱਲ ਕਰਦੇ ਨੇ ਕਿ ਰੋਵੇ ਰਾਮ ਨਿਕਾਲਾ ਭਇਆ ਸੀਤਾ ਲਛਮਣ ਵਿਛੜ ਗਿਆ, ਤਾਂ ਉਹਨਾਂ ਨੂੰ ਪਤਾ ਹੈ ਕਿ ਇਸ ਖਿੱਤੇ ਦੀ ਪ੍ਰਚਲਿਤ ਪਰੰਪਰਾਵਾਂ ਦੇ ਵਿੱਚ ਇਹਨਾਂ ਨੂੰ ਅਵਤਾਰ ਮੰਨਿਆ ਗਿਆ, ਪਰ ਉਹਦਾ ਦੂਸਰਾ ਪੱਖ ਸਾਡੇ ਸਾਹਮਣੇ ਰੱਖਦੇ ਨੇ ਕਿ ਰਾਮ ਤਾਂ ਸੀਤਾ ਦੇ ਵਿਯੋਗ ਦੇ ਵਿੱਚ ਰੋ ਰਿਹਾ ਹੈ, ਪਰ ਦੂਸਰੇ ਪਾਸੇ ਜਿਸ ਰਾਮ ਦੇ ਸਾਹਮਣੇ ਉਹਨਾਂ ਦੀ ਅਕੀਦਤ ਹੈ ਜਾਂ ਜਿਸ ਰਾਮ ਦੇ ਨਾਲ ਉਹ ਆਪਣੀ ਉਮਤ ਨੂੰ ਜੋੜਦੇ ਨੇ ਅਕਾਲ ਬੋਧਿਕ ਰੂਪ ਦੇ ਵਿੱਚ, ਉਹ ਕਿਹੜਾ ਹੈ? ਨਾ ਉਹ ਮਰੇ ਨਾ ਠਾਗੇ ਜਾਹੇ ਜਿਨ ਕੇ ਰਾਮ ਵਸੇ ਮਨ ਮਾਹੇ। ਸੋ ਉਹ ਜਿਹੜਾ ਹਰ ਇੱਕ ਦੇ ਵਿੱਚ ਵਸਿਆ ਰਾਮ ਹੈ, ਜਿਸ ਨੂੰ ਕਬੀਰ ਸਾਹਿਬ ਕਹਿੰਦੇ ਨੇ ਕਿ ਦਸ਼ਰਥ ਦੇ ਪੁੱਤਰ ਰਾਮ ਦੇ ਵਿੱਚ ਤੇ ਰਮੇ ਹੋਏ ਰਾਮ ਦੇ ਵਿੱਚ ਤੁਹਾਨੂੰ ਬੌਧਿਕ ਪੱਧਰ ਦੇ ਉੱਪਰ ਬੜੇ ਵਿਵੇਕ ਦੇ ਨਾਲ, ਬੜੀ ਸੋਝੀ ਦੇ ਨਾਲ ਵਿਚਾਰ ਕਰਨੀ ਪੈਣੀ ਹੈ। ਕਬੀਰ ਸਾਹਿਬ ਜਦੋਂ ਕਹਿੰਦੇ ਨੇ ਕਿ ਕਬੀਰ ਰਾਮੈ ਰਾਮ ਕਹੋ ਕਹਿਬੇ ਮਾਹੇ ਬਵੇਕ, ਏਕ ਅਨੇਕੇ ਸਮਾਏ ਰਹਿਆ ਏਕ ਸਮਾਨਾ ਏਕ, ਕਿ ਇੱਕ ਰਾਮ ਤੇ ਉਹ ਹੈ ਜਿਹੜਾ ਸਾਰਿਆਂ ਦੇ ਵਿੱਚ ਸਮਾਇਆ ਹੋਇਆ, ਜਿਹੜਾ ਰਮਿਆ ਹੋਇਆ ਰਾਮ ਹੈ, ਤੇ ਦੂਸਰਾ ਰਾਮ ਉਹ ਹੈ ਜਿਹਦੇ ਵਿੱਚ ਉਹ ਇੱਕ ਵਸਦਾ ਹੈ, ਭਾਵ ਕਿ ਉਹ ਇੱਕ ਵਿਅਕਤੀਗਤ ਹੈ, ਰਾਜੇ ਦਾ ਪੁੱਤਰ ਹੋ ਸਕਦਾ ਹੈ, ਦਸ਼ਰਥ ਦਾ ਬੇਟਾ, ਜਿਸ ਤਰ੍ਹਾਂ ਅਸੀਂ ਹਾਂ, ਜਿਸ ਤਰ੍ਹਾਂ ਕੋਈ ਹੋਰ ਇਨਸਾਨ ਹੈ, ਕੋਈ ਵਿਲੱਖਣਤਾ ਨਹੀਂ। ਪਰ ਅਸੀਂ ਵਿਵੇਕ ਬੁੱਧ ਦੇ ਨਾਲ ਉਸ ਰਾਮ ਦੇ ਉਪਾਸ਼ਕ ਬਣਨਾ ਹੈ ਜਿਹੜਾ ਸਾਰਿਆਂ ਦੇ ਵਿੱਚ ਰਮਿਆ ਹੋਇਆ, ਜਿਸ ਨੂੰ ਅਸੀਂ ਕਹਿੰਦੇ ਬਲਿਹਾਰੀ ਕੁਦਰਤ ਵਸਿਆ। ਅਸੀਂ ਉਸ ਰਾਮ ਦੇ ਉਪਾਸ਼ਕ ਬਣਨਾ ਹੈ। ਹੁਣ ਅਗਲੀ ਗੱਲ ਬੜੀ ਅਹਿਮ ਹੈ ਕਿ ਬੇਸ਼ੱਕ ਇਹਨਾਂ ਸੰਪਰਦਾਈ ਵੀਰਾਂ ਦੇ ਵੱਲੋਂ
ਜਿਹੜੇ ਖਾਸ ਕਰਕੇ ਇਹਨਾਂ ਗ੍ਰੰਥਾਂ ਦਾ ਆਪਣੀਆਂ ਸੰਪਰਦਾਵਾਂ ਦੇ ਵਿੱਚ ਅਧਿਐਨ ਕਰਾਉਂਦੇ ਨੇ, ਉਹਨਾਂ ਵੱਲੋਂ ਤੇ ਕਿਤੇ ਵੀ ਦੇਸ਼ ਦੇ ਪ੍ਰਧਾਨ ਮੰਤਰੀ ਦੇ ਜਾਂ ਤਖਤ ਪਟਨਾ ਸਾਹਿਬ ਦੇ ਸਾਬਕਾ ਜਥੇਦਾਰ ਇਕਬਾਲ ਸਿੰਘ ਵੱਲੋਂ ਕੀਤੀ ਗਈ ਬਿਆਨਬਾਜ਼ੀ ਨੂੰ ਚੈਲੰਜ ਨਹੀਂ ਕੀਤਾ ਗਿਆ। ਪਰ ਮੈਂ ਉਸੇ ਹੀ ਸਰੋਤ ਦੇ ਵਿੱਚੋਂ ਮੈਂ ਆਰੰਭ ਦੇ ਵਿੱਚ ਬੇਨਤੀ ਕੀਤੀ ਸੀ ਨਾ, ਜੇ ਕਿਤੇ ਅਸੀਂ ਸਰਦਾਰ ਕਾਹਨ ਸਿੰਘ ਨਾਭਾ ਵਾਲਾ ਜਾਂ ਸਰਦਾਰ ਕਪੂਰ ਸਿੰਘ ਹੋਣਾ ਵਾਲਾ ਜਿਹੜਾ ਸਕੂਲ ਆਫ ਥਾਟ ਹੈ, ਜੇ ਕਿਤੇ ਉਹਨੂੰ ਫਾਲੋ ਕਰਨਾ ਸ਼ੁਰੂ ਕਰ ਦਈਏ ਨਾ, ਤੇ ਸੱਚ ਜਾਣਿਓ ਮੈਂ ਜਿੰਨੇ ਵੀ ਇਹਨਾਂ ਲੋਕਾਂ ਦੇ ਸੰਘ ਨਾਲ ਸੰਬੰਧਿਤ ਗ੍ਰੰਥ ਪੜ੍ਹੇ ਨੇ, ਤੇ ਉਹਨਾਂ ਦੇ ਵਿੱਚ ਵਿਚਾਰਧਾਰਕ ਪੱਖ ਤੋਂ ਉਹਨਾਂ ਨੂੰ ਦੋ ਵਿਅਕਤੀਆਂ ਦੀ ਵਿਚਾਰਧਾਰਾ ਸਭ ਤੋਂ ਵੱਧ ਖਤਰਨਾਕ ਲੱਗਦੀ ਹੈ ਵਿਚਾਰਧਾਰਕ ਪੱਖ ਤੋਂ, ਇੱਕ ਸਰਦਾਰ ਕਾਹਨ ਸਿੰਘ ਨਾਭਾ ਤੇ ਇੱਕ ਸਰਦਾਰ ਕਪੂਰ ਸਿੰਘ, ਤੇ ਇਤਿਹਾਸਕ ਨਜ਼ਰੀਏ ਤੋਂ ਸਰਦਾਰ ਕਰਮ ਸਿੰਘ ਹਿਸਟੋਰੀਅਨ, ਗਿਆਨੀ ਦਿੱਤ ਸਿੰਘ ਤੇ ਡਾਕਟਰ ਗੰਡਾ ਸਿੰਘ। ਇਹਦਾ ਮਤਲਬ ਹੈ ਕਿ ਜਿਹੜਾ ਉਹਨਾਂ ਨੇ ਸਾਡੇ ਸਾਹਮਣੇ ਪੱਖ ਸਿਰਜ ਦਿੱਤਾ ਹੈ ਉਹ ਬੜਾ ਅਹਿਮ ਹੈ। ਹੁਣ ਜੇਕਰ ਇਸੇ ਹੀ ਗ੍ਰੰਥ ਦੇ ਵਿੱਚੋਂ, ਜਾਂ ਮੈਂ ਕਹਿੰਦਾ ਕਿ ਰਾਮਾਇਣ ਤੇ ਰਾਮ ਅਵਤਾਰ ਦੇ ਵਿੱਚ ਕੋਈ ਬਹੁਤਾ ਅੰਤਰ ਨਹੀਂ, ਕੇਵਲ ਤੇ ਕੇਵਲ ਸ਼ਬਦਾਂ ਦਾ ਅੰਤਰ ਹੈ। ਰਾਮਾਇਣ ਰਾਮ ਦਾ ਆ ਜਾਣਾ, ਰਾਮਾ ਅਵਤਾਰ ਰਾਮ ਦਾ ਉੱਤਰ ਆਉਣਾ, ਦੋਵਾਂ ਦਾ ਅਰਥ ਇੱਕ ਹੀ ਬਣਦਾ। ਅਰਥਾਂ ਦੇ ਵਿੱਚ ਕੋਈ ਬਹੁਤਾ ਭਿੰਨਤਾ ਨਹੀਂ ਹੈ, ਉਚਾਰਨ ਵੱਖੋ ਵੱਖਰਾ ਹੈ, ਕੋਈ ਰਾਮਾਇਣ ਕਹਿ ਦੇਵੇ, ਕੋਈ ਰਾਮਾ ਅਵਤਾਰ ਕਹਿ ਦੇਵੇ। ਹੁਣ ਮੈਂ ਉਸੇ ਹੀ ਰਾਮਾ ਅਵਤਾਰ ਦੇ ਵਿੱਚੋਂ ਇਹਨਾਂ ਦੋਹਾਂ ਹੀ ਵਿਅਕਤੀਆਂ ਨੂੰ, ਚਾਹੇ ਉਹ ਦੇਸ਼ ਦਾ ਪ੍ਰਧਾਨ ਮੰਤਰੀ ਹੈ, ਉਹਦੇ ਨਾਲ ਸੰਬੰਧਿਤ ਸੰਸਥਾ ਹੈ, ਜਾਂ ਜਿਸ ਸੰਸਥਾ ਦੀ ਉਹ ਰਾਜਨੀਤਿਕ ਧਿਰ ਹੈ, ਮੇਰਾ ਕਹਿਣ ਤੋਂ ਭਾਵ ਹੈ ਰਾਸ਼ਟਰੀ ਸਵੈਮ ਸੇਵਕ ਸੰਘ, ਤੇ ਉਸ ਤੋਂ ਬਾਅਦ ਉਸ ਸਵੈਮ ਸੇਵਕ ਸੰਘ ਦੇ ਕਹਿ ਸਕਦੇ ਹਾਂ ਕਿ ਵਿਚਾਰਧਾਰਾ ਦੇ ਨਾਲ ਸਹਿਮਤ ਹੋਣ ਵਾਲੇ ਤਖਤ ਪਟਨਾ ਸਾਹਿਬ ਦੇ ਸਾਬਕਾ ਜਥੇਦਾਰ ਗਿਆਨੀ ਇਕਬਾਲ ਸਿੰਘ। ਮੈਂ ਸਾਰਿਆਂ ਨੂੰ ਇੱਕ ਗੱਲ ਦਾ ਸੱਦਾ ਦਿੰਦਾ ਹੈ ਕਿ ਕੀ ਇਸ ਮੁੱਦੇ ਦੇ ਉੱਪਰ ਉਹ ਚਰਚਾ ਕਰਨ ਨੂੰ ਤਿਆਰ ਨੇ ਕਿ ਜਿਸ ਰਾਮ ਨੂੰ ਭਗਵਾਨ ਮੰਨ ਕੇ ਉਸ ਦੀ ਯਾਦ ਦੇ ਵਿੱਚ ਮੰਦਿਰ ਉਸਾਰਿਆ ਜਾ ਰਿਹਾ ਹੈ, ਕੀ ਉਸ ਰਾਮ ਦੇ ਉਪਾਸ਼ਕ ਗੁਰੂ ਗੋਬਿੰਦ ਸਿੰਘ ਮਹਾਰਾਜ ਸਨ? ਮੈਂ ਹੋਰ ਕਿਸੇ ਗ੍ਰੰਥ ਦਾ ਹਵਾਲਾ ਨਹੀਂ ਦਊਂਗਾ, ਮੈਂ ਉਸੇ ਹੀ ਗ੍ਰੰਥ ਦੇ ਵਿੱਚੋਂ ਗੱਲ ਕਰੂੰਗਾ ਜਿਸ ਗ੍ਰੰਥ ਨੂੰ ਇਹਨਾਂ ਨੇ ਗੋਬਿੰਦ ਰਾਮਾਇਣ ਜਾਂ ਰਾਮਾ ਅਵਤਾਰ ਦਾ ਨਾਮ ਦਿੱਤਾ ਹੈ। ਸੋ ਪਹਿਲੀ ਗੱਲ ਤੇ ਇਹ ਜਿਹੜਾ ਰਾਮਾ ਅਵਤਾਰ ਹੈ, ਇਹਦੇ ਵਿੱਚ ਸਭ ਤੋਂ ਵੱਡੀ ਅਹਿਮ ਗੱਲ ਹੈ ਕਿ ਰਾਮ ਦੇ ਜਨਮ ਤੋਂ ਪਹਿਲਾਂ ਜਦੋਂ ਅਜੇ ਦਸ਼ਰਥ ਦੇ ਘਰ ਕੋਈ ਪੁੱਤਰ ਨਹੀਂ ਹੋਇਆ, ਤੇ ਦਸ਼ਰਥ ਦਾ ਪੁੱਤਰ ਪ੍ਰਾਪਤੀ ਦੀ ਮਨਸ਼ਾ ਕੀ ਹੈ, ਸਭ ਤੋਂ ਵੱਡੀ ਗੱਲ ਹੈ। ਦਸ਼ਰਥ ਨੂੰ ਦੇਵਤੇ ਦੇ ਵੱਲੋਂ ਇਹ ਜਿਹੜੀ ਹੈ ਇਹ ਸੂਚਨਾ ਦਿੱਤੀ ਜਾਂਦੀ ਹੈ ਕਿ ਤੇਰੇ ਘਰ ਜਿਹੜਾ ਪੁੱਤਰ ਹੋਵੇਗਾ ਨਾ, ਉਹ ਸ਼ਿਵ ਦੇ ਉਪਾਸ਼ਕਾਂ ਦਾ ਨਾਸ਼ ਕਰੇਗਾ। ਹੁਣ ਇੱਥੇ ਸਮਝਣ ਵਾਲੀ ਗੱਲ ਹੈ ਕਿ ਇੱਥੇ ਜਿਹੜੀ ਜੰਗ ਹੈ ਕੋਈ ਵਿਚਾਰਧਾਰਕ ਨਹੀਂ ਹੈ, ਇੱਥੇ ਜੰਗ ਜਾਤੀਵਾਦ ਦੀ ਹੈ, ਕਿਉਂਕਿ ਜਿਹੜਾ ਰਾਵਣ ਹੈ ਉਹ ਦਰਾਵੜਾਂ ਦਾ ਰਾਜਾ ਹੈ। ਇਸੇ ਕਰਕੇ ਜਿਹੜੇ ਸਾਡੇ ਵੀਰ ਦਲਿਤ ਬਰਾਦਰੀ ਨਾਲ ਸੰਬੰਧ ਰੱਖਦੇ ਨੇ, ਉਹਨਾਂ ਦੇ ਵਿਚਾਰਵਾਨਾਂ ਦੇ ਵੱਲੋਂ ਜਿੰਨੇ ਵੀ ਗ੍ਰੰਥ ਰਚੇ ਗਏ ਨੇ, ਉਹਨਾਂ ਨੇ ਸਿੱਧ ਕੀਤਾ ਹੈ ਕਿ ਰਾਵਣ ਜਿਹੜਾ ਦਰਾਵੜ ਸੀ, ਤੇ ਉਹਨਾਂ ਨੇ ਸ਼ਿਵ ਭਗਵਾਨ ਨੂੰ ਵੀ ਉਹਦੇ ਨਾਲ ਹੀ ਜੋੜਿਆ ਕਿ ਉਹ ਵੀ ਇੱਕ ਸਾਡਾ ਦਰਾਵੜਾਂ ਦਾ ਜਿਹੜਾ ਹੈ ਉਸ ਵੇਲੇ ਦਾ ਰਾਜਾ ਸੀ। ਹੁਣ ਜਿਹੜਾ ਸ਼ਿਵ ਹੈ ਉਹਦੀ ਉਪਾਸਨਾ ਰਾਵਣ ਕਰਦਾ ਹੈ, ਇਹਦਾ ਮਤਲਬ ਕਿ ਉਹ ਸਾਰੀ ਇੱਕ ਦਰਾਵੜ ਸੱਭਿਅਤਾ ਹੈ। ਹੁਣ ਜਿਸ ਵੇਲੇ ਦਸ਼ਰਥ ਨੂੰ ਦੇਵਤਾ ਭਵਿੱਖਬਾਣੀ ਕਰਕੇ ਦੱਸਦਾ ਹੈ ਕਿ ਤੇਰੇ ਘਰ ਉਹ ਪੁੱਤਰ ਜਨਮ ਲਵੇਗਾ ਜਿਹੜਾ ਉਸ ਸ਼ਿਵ ਦੇ ਹੰਕਾਰ ਨੂੰ ਨੀਵਾਂ ਕਰ ਦੇਵੇਗਾ, ਇਹਦਾ ਮਤਲਬ ਕਿ ਸੀਤਾ ਤਾਂ ਇੱਕ ਬਹਾਨਾ ਹੈ, ਜਿਹੜੀ ਲੜਾਈ ਦਾ ਆਧਾਰ ਹੈ ਉਹ ਆਰੀਅਨ ਤੇ ਦਰਾਵੜ ਹੈ। ਹੁਣ ਇਸੇ ਗ੍ਰੰਥ ਦੇ ਵਿੱਚ ਜਿਹੜਾ ਸਾਨੂੰ ਹਵਾਲਾ ਮਿਲਦਾ ਹੈ ਉਹ ਬੜਾ ਅਹਿਮ ਹੈ। ਸੁਜੀਤ ਬਹਾਂ 20 ਗਰਭ ਈਸ ਕੋ ਮਟਾਏ ਹੈ। ਸੁਜੀਤ ਬਹਾਂ 20 10 ਸਿਰ ਤੇ 20 ਬਾਹਾਂ, ਭਾਵ ਉਹਦੀ ਤਾਕਤ ਦਾ ਸੰਕੇਤ। ਗਰਭ ਈਸ ਕੋ ਮਟਾਏ ਹੈ ਕਿ ਤੇਰੇ ਘਰ ਜਿਹੜਾ ਪੁੱਤਰ ਜਨਮ ਲਵੇਗਾ ਉਹ ਗਰਭ ਈਸ ਸ਼ਿਵ, ਕਿ ਉਹ ਸ਼ਿਵ ਦੇ ਹੰਕਾਰ ਨੂੰ ਮਿਟਾ ਦੇਵੇਗਾ। ਹੁਣ ਤੁਸੀਂ ਵੇਖੋ ਕਿ ਇੱਥੇ ਜਿਹੜੀ ਜੰਗ ਹੈ ਵਿਚਾਰਧਾਰਕ ਨਹੀਂ ਹੈ, ਇੱਥੇ ਜੰਗ ਜਾਤੀਵਾਦ ਦੀ ਜੰਗ ਹੈ, ਕਿਉਂਕਿ ਇੱਕ ਆਰੀਆ ਰਾਜਾ ਜਿਹੜਾ ਉਹ ਚਾਹੁੰਦਾ ਹੈ ਕਿ ਮੇਰੇ ਘਰ ਉਹ ਪੁੱਤਰ ਜਨਮ ਲਵੇ ਜਿਹੜਾ ਦਰਾਵੜਾਂ ਦਾ ਹੰਕਾਰ ਤੋੜ ਦੇਵੇ, ਪਰ ਉਹਦੇ ਘਰ ਕੋਈ ਪੁੱਤਰ ਨਹੀਂ ਹੈ। ਹੁਣ ਮੈਂ ਤੁਹਾਨੂੰ ਅਗਲੇ ਸਰੋਤਾਂ 'ਚੋਂ ਦੱਸਣਾ ਚਾਹੁੰਦਾ ਕਿ ਪੁੱਤਰ ਪ੍ਰਾਪਤੀ ਦੇ ਵਾਸਤੇ ਇਸੇ ਗ੍ਰੰਥ ਦੇ ਮੁਤਾਬਕ ਪੁੱਤਰ ਪ੍ਰਾਪਤੀ ਦੇ ਵਾਸਤੇ ਦਸ਼ਰਥ ਦੇ ਵੱਲੋਂ ਹਵਨ ਕੀਤਾ ਜਾਂਦਾ ਹੈ, ਜੱਗ ਕੀਤਾ ਜਾਂਦਾ ਹੈ, ਤੇ ਬਹੁਤ ਸਾਰੇ ਜਿਹੜੇ ਉੱਚ ਜਾਤੀ ਬ੍ਰਾਹਮਣ ਨੇ ਉਹ ਮੰਗਵਾਏ ਜਾਂਦੇ ਨੇ। ਔਰ ਮੈਂ ਇਹ ਵੀ ਦੱਸ ਦੇਵਾਂ ਕਿ ਅੱਜ ਤੱਕ
ਭਗਵਾਨ ਰਾਮ ਦੇ ਰੂਪ 'ਚ ਜਿਸ ਨੂੰ ਸਥਾਪਿਤ ਕੀਤਾ ਗਿਆ ਉਸ ਨੂੰ ਦਸ਼ਰਥ ਦਾ ਪੁੱਤਰ ਰਾਮ ਸਥਾਪਿਤ ਕਰਨ ਦੇ ਵਾਸਤੇ ਜਿੰਨਾ ਵੀ ਸਾਹਿਤ ਰਚਿਆ ਗਿਆ ਉਹ ਤੋਂ ਸਭ ਤੋਂ ਜਿਹੜਾ ਪੁਰਾਣਾ ਗ੍ਰੰਥ ਹੈ ਜਿਸ ਦੇ ਹਵਾਲੇ ਸਾਨੂੰ ਤਕਰੀਬਨ ਹਰ ਵਾਰ ਔਰ ਮੈਂ ਹੀ ਨਹੀਂ ਬਲਕਿ ਸਾਰੇ ਵਿਦਵਾਨਾਂ ਨੂੰ ਦੇਣੇ ਪੈਂਦੇ ਨੇ, ਉਹ ਮਹਾਰਿਸ਼ੀ ਬਾਲਮੀਕ ਦੀ ਲਿਖੀ ਰਮਾਇਣ ਹੈ। ਮਹਾਰਿਸ਼ੀ ਬਾਲਮੀਕ ਨੇ ਰਾਮ ਨੂੰ ਬਤੌਰ ਪਰਮਾਤਮਾ ਸਥਾਪਿਤ ਨਹੀਂ ਕੀਤਾ। ਇੱਕ ਰਾਜਾ ਹੈ ਜਿਹਦੇ ਵਿੱਚ ਊਣਤਾਈਆਂ ਵੀ ਨੇ, ਜਿਹੜਾ ਵਧੀਕੀਆਂ ਵੀ ਕਰਦਾ ਹੈ, ਜਿਹੜਾ ਦਲਿਤਾਂ ਦੇ ਉੱਪਰ ਹਮਲੇ ਵੀ ਕਰਦਾ ਹੈ, ਜਿਹੜਾ ਔਰਤ ਦੇ ਉੱਪਰ ਜ਼ੁਲਮ ਵੀ ਕਰਦਾ ਹੈ। ਇਹ ਸਾਰੀਆਂ ਗੱਲਾਂ ਨੇ ਤੇ ਇਹ ਜਿਹੜਾ ਰਾਮਾ ਅਵਤਾਰ ਹੈ ਇਹਦੀ ਸਾਰੀ ਜਿਹੜੀ ਸ਼ੈਲੀ ਔਰ ਇਹਦੀ ਇਤਿਹਾਸਕਾਰੀ ਜਿਹੜੀ ਹੈ ਉਹ ਸਾਰੀ ਬਾਲਮੀਕੀ ਰਮਾਇਣ ਤੋਂ ਪ੍ਰਭਾਵਿਤ ਹੈ, ਤੁਲਸੀ ਤੋਂ ਪ੍ਰਭਾਵਿਤ ਨਹੀਂ ਹੈ। ਕਿਉਂਕਿ ਤੁਲਸੀ ਜਿਹੜਾ ਉਹ ਰਾਮ ਨੂੰ ਅਕਾਲ ਬੋਧਿਕ ਰੂਪ ਦੇ ਵਿੱਚ ਪ੍ਰਗਟ ਕਰਦਾ ਹੈ। ਸ਼ਾਇਦ ਇਸੇ ਕਰਕੇ ਜਿਹੜੇ ਬਹੁਤ ਸਾਰੇ ਮੰਦਰ ਨੇ ਉਹਨਾਂ ਦੇ ਵਿੱਚ ਮਹਾਰਿਸ਼ੀ ਬਾਲਮੀਕੀ ਰਮਾਇਣ ਦੀ ਕਥਾ ਨਹੀਂ ਹੁੰਦੀ, ਤੁਲਸੀ ਰਮਾਇਣ ਦੀ ਕਥਾ ਹੁੰਦੀ ਹੈ। ਕਿਉਂਕਿ ਜੋ ਕੁਛ ਮਹਾਰਿਸ਼ੀ ਬਾਲਮੀਕ ਨੇ ਰਾਮ ਦੇ ਬਾਰੇ ਲਿਖਿਆ ਸਰਵਣ ਕਰਨਾ ਔਖਾ ਲੱਗਦਾ ਹੈ। ਹੁਣ ਮਹਾਰਿਸ਼ੀ ਬਾਲਮੀਕ ਵੀ ਰਮਾਇਣ ਦੇ ਆਰੰਭ ਦੇ ਵਿੱਚ ਕਹਿੰਦੇ ਨੇ ਕਿ ਦਸ਼ਰਥ ਨੇ ਆਪਣੇ ਘਰ ਪੁੱਤਰ ਪ੍ਰਾਪਤੀ ਕਰਨ ਦੇ ਵਾਸਤੇ ਜੱਗ ਕੀਤਾ ਔਰ ਇਸੇ ਗੱਲ ਨੂੰ ਇਸ ਰਾਮ ਅਵਤਾਰ ਦੇ ਵਿੱਚ ਲਿਖਿਆ ਹੋਇਆ ਹੈ। ਉਹ ਕਹਿੰਦੇ ਨੇ ਕਿ ਜਦੋਂ ਉਹ ਜੱਗ ਕੀਤਾ ਗਿਆ ਫਿਰ ਹੈਗਾ ਖੀਰ ਪਾਤਰ ਕਢਾਏ ਕੇ, ਜੱਗ ਦੇ ਵਿੱਚੋਂ ਖੀਰ ਨਿਕਲੀ ਤੇ ਉਹ ਜਿਹੜੀ ਖੀਰ ਹੈ ਕਰ ਦੀਨ ਨ੍ਰਿਪ ਕੋ ਆਨ, ਆ ਕੇ ਰਾਜੇ ਦੇ ਹੱਥਾਂ ਦੇ ਵਿੱਚ ਦੇ ਦਿੱਤੀ। ਤੁਸੀਂ ਪੜ੍ਹ ਸਕਦੇ ਹੋ ਸਾਰਾ ਰਾਮ ਅਵਤਾਰ ਦੇ ਵਿੱਚ, ਇੰਟਰਨੈਟ ਦੇ ਉੱਪਰ ਆਨਲਾਈਨ ਪਿਆ ਹੋਇਆ। ਉਹ ਜਦੋਂ ਸਾਰੀ ਖੀਰ ਰਾਜੇ ਦੇ ਹੱਥਾਂ ਵਿੱਚ ਦੇ ਦਿੱਤੀ, ਹੁਣ ਰਾਜੇ ਦੀਆਂ ਪਤਨੀਆਂ 3 ਨੇ, ਫਿਰ ਉਹ ਕੀ ਕਰਦਾ ਹੈ? ਉਹ ਕਹਿੰਦਾ ਹੈ ਕਿ ਚਤਰ ਭਾਗ ਕਰਿਓ ਤਿਸੇ, ਉਹਦੇ 4 ਹਿੱਸੇ ਕਰ ਦਿੰਦਾ ਹੈ ਤੇ 4 ਹਿੱਸੇ ਕਰਨ ਤੋਂ ਬਾਅਦ ਉਹ ਕੀ ਕਰਦਾ ਹੈ ਕਿ ਇੱਕ ਦੂਓ ਦੀਏ, 2 ਨੂੰ ਤਾਂ ਇੱਕ ਹਿੱਸਾ ਦੇ ਦਿੰਦਾ ਹੈ ਤੇ ਜਿਹੜੀ ਉਹਦੀ ਤੀਸਰੀ ਹੈ ਏਕ ਕੋ 2 ਪਾਏ, ਜਿਹੜੀ ਤੀਸਰੀ ਹੈ ਉਹਨੂੰ 2 ਹਿੱਸੇ ਦੇ ਦਿੰਦਾ ਹੈ। ਇਹਦਾ ਭਾਵ ਕਿ 4 ਹਿੱਸੇ ਖੀਰ ਦੇ ਕੀਤੇ ਜਾਂਦੇ ਨੇ ਤੇ 3 ਪਤਨੀਆਂ ਦੇ ਵਿੱਚ ਵੰਡ ਲਏ ਜਾਂਦੇ ਨੇ। ਦੋਹਾਂ ਨੂੰ ਇੱਕ ਜਿਹੜਾ ਉਹ ਖੀਰ ਦਾ ਪਾਤਰ ਦੇ ਦਿੱਤਾ ਜਾਂਦਾ, ਇੱਕ ਹਿੱਸਾ ਦੇ ਦਿੱਤਾ ਜਾਂਦਾ, ਇੱਕ ਨੂੰ 2 ਹਿੱਸੇ ਦਿੱਤੇ ਜਾਂਦੇ ਨੇ। ਇਸੇ ਕਰਕੇ ਫਿਰ ਉਸ ਖੀਰ ਖਾਣ ਤੋਂ ਬਾਅਦ ਉਹ ਗਰਭਵਤੀ ਹੋ ਜਾਂਦੀਆਂ ਨੇ ਤੇ ਗਰਭਵਤੀ ਜਿਹੜੀਆਂ ਜਦੋਂ ਹੁੰਦੀਆਂ ਨੇ ਕਿੰਨੇ ਚਿਰ ਬਾਅਦ, ਇਹ ਵੀ ਤੁਹਾਨੂੰ ਗੱਲ ਕੁਦਰਤ ਦੇ ਅਨੁਸਾਰ ਨਹੀਂ ਲੱਗੇਗੀ। ਉਹ ਕਹਿੰਦਾ ਨੇ ਕਿ ਗਰਭਵੰਤ ਭਈ ਤ੍ਰਿਆ, ਤਿੰਨੇ ਇਕੱਠੀਆਂ ਗਰਭਵਤੀ ਹੋ ਗਈਆਂ। ਖੀਰ ਕੋ ਕਰ ਪਾਨ, ਜਦੋਂ ਉਹਨਾਂ ਨੇ ਖੀਰ ਨੂੰ ਖਾਧਾ ਤੇ 3 ਪਤਨੀਆਂ ਜਿਹੜੀਆਂ ਸੀ ਉਹ ਗਰਭਵਤੀ ਹੋ ਗਈਆਂ। ਉਸ ਤੋਂ ਬਾਅਦ ਤਾਹੇ ਰਾਖਤ ਪਈ ਭਲੇ 10 ਦੋਏ ਭਲੇ ਬਾਸ ਪ੍ਰਵਾਨ, ਤੇ 13ਵੇਂ ਮਹੀਨੇ ਦੇ ਵਿੱਚ ਉਹਨਾਂ ਸਾਰੀਆਂ ਦੇ ਘਰ ਪੁੱਤਰ ਜਨਮ ਲੈਂਦੇ ਨੇ। ਹੁਣ ਤੁਸੀਂ ਖਿਆਲ ਕਰੋ, ਇੱਕੋ ਸਮੇਂ ਹੀ ਖੀਰ ਨੂੰ ਖਾਧਾ ਗਿਆ, ਇੱਕੋ ਸਮੇਂ ਪੁੱਤਰਾਂ ਨੇ ਜਨਮ ਲਿਆ। ਵੱਡੇ ਛੋਟੇ ਰਹਿਣ ਦਾ ਤਾਂ ਕੋਈ ਹਿਸਾਬ ਨਹੀਂ ਰਹਿ ਜਾਂਦਾ। ਅਗਲੀ ਗੱਲ ਆ ਜਾਂਦੀ ਹੈ ਕਿ ਜਦੋਂ ਅਸੀਂ ਰਘੂ ਕੁਲ ਦੀ ਗੱਲ ਕਰਦੇ ਹਾਂ, ਜਿਹੜੀ ਕੁਲ ਹੁੰਦੀ ਹੈ ਉਹ ਬਿੰਦੀ ਸੰਤਾਨ ਹੁੰਦੀ ਹੈ ਕਿ ਜਿੱਥੋਂ ਬਲੱਡ ਲਾਈਨ ਚੱਲ ਰਹੀ ਹੁੰਦੀ ਹੈ, ਵੰਸ਼ ਪਰੰਪਰਾ ਉਹਦੇ ਨਾਲ ਹੁੰਦੀ ਹੈ। ਇੱਥੇ ਤਾਂ ਵੰਸ਼ ਪਰੰਪਰਾ ਆ ਕੇ ਬਿਲਕੁਲ ਟੁੱਟ ਗਈ, ਇਸ ਕਰਕੇ ਕਿਉਂਕਿ ਇਹਨਾਂ ਦੇ ਵਿੱਚ ਕੋਈ ਬਿੰਦੀ ਸੰਬੰਧ ਨਹੀਂ ਹੈ। ਖੀਰ ਖਾਣ ਤੋਂ ਅੱਗੋਂ ਇਹ ਜਿਹੜੇ 4 ਭਰਾ ਨੇ ਇਹ ਪੈਦਾ ਹੋਏ ਨੇ। ਹੁਣ ਤੁਸੀਂ ਇਹ ਵੇਖ ਲਓ ਕਿ ਕੀ ਤੁਸੀਂ ਕਹੋਗੇ ਕਿ ਇੱਥੇ ਕੋਈ ਕੁਲ ਪਰੰਪਰਾ ਹੈ? ਤੁਸੀਂ ਕਹੋਗੇ ਕਿ ਰਘੂਕੁਲ ਰੀਤ ਹੈ? ਇਹ ਤਾਂ ਸਾਰੀ ਟੁੱਟ ਚੁੱਕੀ ਹੈ। ਰਘੂ ਦੇ ਪਰਿਵਾਰ ਦੇ ਨਾਲੋਂ ਰਾਮ ਦਾ ਸੰਬੰਧ ਤਾਂ ਟੁੱਟ ਗਿਆ। ਇਹ ਖੱਤਰੀ ਪਰਿਵਾਰ ਹੈ, ਖੀਰ ਬ੍ਰਾਹਮਣ ਦੇ ਰਹੇ ਨੇ। ਇਸ ਨੂੰ ਤੁਸੀਂ ਮਹਾਰਿਸ਼ੀ ਬਾਲਮੀਕ ਦੀ ਰਮਾਇਣ ਦੇ ਵਿੱਚ ਵੀ ਪੜ੍ਹ ਸਕਦੇ ਹੋ ਤੇ ਰਾਮ ਅਵਤਾਰ ਦੇ ਵਿੱਚ ਵੀ ਪੜ੍ਹ ਸਕਦੇ ਹੋ। ਹੁਣ ਮੈਨੂੰ ਦੱਸੋ ਕਿ ਕੁਲ ਰਹਿ ਕਿੱਥੇ ਗਈ ਆ? ਫਿਰ ਜਦੋਂ ਤੁਸੀਂ ਅੱਗੇ ਚਲੇ ਜਾਂਦੇ ਹੋ ਤੇ ਪੁੱਤਰ ਨੂੰ ਬਨਵਾਸ ਦਿੱਤਾ ਜਾਂਦਾ ਹੈ ਤੇ ਇਸੇ ਰਾਮ ਅਵਤਾਰ ਦੇ ਵਿੱਚ ਹੀ ਜ਼ਿਕਰ ਆਉਂਦਾ ਹੈ ਕਿ ਉਤ ਦਸ਼ਰਥ ਤਨ ਕੋ ਤਜਿਓ, ਉਸਨੇ ਆਪਣੇ ਪ੍ਰਾਣ ਦੇ ਦਿੱਤੇ। ਕਦੋਂ? ਸ੍ਰੀ ਰਘੁਬੀਰ ਵਿਯੋਗ, ਜਦੋਂ ਪਤਾ ਲੱਗਾ ਕਿ ਮੇਰਾ ਪੁੱਤਰ ਮੇਰੇ ਤੋਂ ਦੂਰ ਜਾ ਰਿਹਾ, ਉਹਨੇ ਪ੍ਰਾਣ ਦੇ ਦਿੱਤੇ। ਹੁਣ ਸਾਡੇ ਸਾਹਮਣੇ ਸਵਾਲ ਪੈਦਾ ਹੁੰਦਾ ਹੈ ਕਿ ਕੀ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਵਿਸ਼ਵਾਸ ਇਸ ਦੇ ਵਿੱਚ ਹੋ ਸਕਦਾ ਹੈ? ਗੁਰੂ ਸਾਹਿਬ ਤਾਂ ਉਹ ਨੇ ਜਿਹੜੇ ਆਪਣੇ 4 ਪੁੱਤਰਾਂ ਨੂੰ ਖੁਦ ਮੈਦਾਨੇ ਜੰਗ ਦੇ ਵਿੱਚ ਤੋਰਦੇ ਨੇ ਔਰ ਜ਼ਫਰਨਾਮੇ ਦੇ ਵਿੱਚ ਬੜਾ ਸਪਸ਼ਟ ਬਿਆਨ ਵੀ ਕਰਦੇ ਨੇ ਕਿ ਚਿਹਾਂ ਸ਼ੁੱਧ ਕੇ ਬਚਗਾ ਕੁਸ਼ਤਾਂ 4 ਕੇ ਬਾਕੀ ਬਿਮਾਨ ਦਸਤ ਪੇਚੀ ਦਾ ਮਾਰ। ਹੋਰ ਵੀ ਸਾਡੇ ਸਰੋਤਾਂ ਦੇ ਵਿੱਚ ਗੁਰੂ ਸਾਹਿਬ ਦੀ ਉਸ ਚੜ੍ਹਦੀ ਕਲਾ ਦੀ ਗੱਲ ਆਉਂਦੀ ਹੈ ਜਿੱਥੇ ਗੁਰੂ ਸਾਹਿਬ ਬੜਾ ਸਪਸ਼ਟ ਕਹਿੰਦੇ ਨੇ ਕਿ ਇਨ ਪੁੱਤਰਨ ਕੇ ਸੀਸ ਪਰ ਵਾਰ ਦੀਏ ਸੁਤ 4 ਮੋਈ ਤੋਂ ਕਿਆ ਪਿਆ ਜੀਵਤ ਕਈ ਹਜ਼ਾਰ। ਹੁਣ ਇੱਥੋਂ ਤੱਕ ਸਿਰਫ 3 ਪੱਖਾਂ ਨੂੰ ਵੇਖੋ। ਪਹਿਲੀ ਗੱਲ ਤਾਂ ਇਹ ਵੇਖੋ ਕਿ ਇੱਥੇ ਜਿਹੜਾ ਰਾਮ ਦਾ ਸੰਸਾਰ ਦੇ ਵਿੱਚ ਆਉਣ ਦਾ ਕਾਰਨ ਹੈ ਉਹ ਇੱਕ ਜਾਤੀ ਨੂੰ ਖਤਮ ਕਰਨਾ ਹੈ ਤੇ ਕਲਗੀਧਰ ਪਾਤਸ਼ਾਹ ਕੀ ਕਹਿੰਦੇ ਨੇ ਕਿ ਜਾਤੀਵਾਦ ਨੂੰ ਖਤਮ ਕਰਨਾ ਹੈ।
ਇੱਥੇ ਜਿਹੜੀ ਹੈ ਬਿੰਦੀ ਸੰਤਾਨ ਨੂੰ ਜੋੜਿਆ ਜਾ ਰਿਹਾ, ਭਾਵੇਂ ਕਿ ਸਰੋਤ ਸਿੱਧ ਨਹੀਂ ਕਰਦੇ। ਤੇ ਕਲਗੀਧਰ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਮਹਾਰਾਜ ਕਹਿ ਰਹੇ ਨੇ ਕਿ ਮੈਨੂੰ ਆਪਣੇ ਪੁੱਤਰਾਂ ਦੇ ਨਾਲੋਂ, ਆਪਣੀ ਬਿੰਦੀ ਸੰਤਾਨ ਦੇ ਨਾਲੋਂ ਮੈਨੂੰ ਆਪਣਾ ਨਾਦੀ ਪੁੱਤਰ ਖਾਲਸਾ ਪਿਆਰਾ ਹੈ। ਉਸ ਤੋਂ ਅਗਲੀ ਗੱਲ ਕਿ ਇੱਥੇ ਜਿਹੜਾ ਹੈ ਕਿ ਪੁੱਤਰ ਦੇ ਬਨਵਾਸ ਜਾਣ ਤੋਂ ਬਾਅਦ, ਹਾਲਾਂਕਿ ਪਤਾ ਹੈ ਕਿ 14 ਸਾਲ ਬਾਅਦ ਉਸਨੇ ਵਾਪਸ ਆ ਜਾਣਾ ਹੈ, ਪਿਤਾ ਦੀ ਸਦਮੇ ਦੇ ਨਾਲ ਮੌਤ ਹੋ ਰਹੀ ਹੈ। ਕਲਗੀਧਰ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਆਪਣੇ ਪੁੱਤਰਾਂ ਦੀ ਸ਼ਹਾਦਤ ਦੇ ਉੱਪਰ ਸ਼ੁਕਰ ਦਾ ਸਿਜਦਾ ਅਦਾ ਕਰ ਰਹੇ ਨੇ। ਸੋ ਇਹ ਵੇਖਣ ਦੀ ਲੋੜ ਹੈ ਕਿ ਇਹ ਜਿਹੜਾ ਗ੍ਰੰਥ ਹੈ, ਜਿਸ ਨੂੰ ਅੱਜ ਇਸ ਤਰ੍ਹਾਂ ਦੇ ਨਾਲ ਸਾਡੇ ਸਾਹਮਣੇ ਪੇਸ਼ ਕੀਤਾ ਜਾ ਰਿਹਾ, ਕਿ ਇਹਦੀ ਜਿਹੜੀ ਵਿਆਖਿਆ ਪ੍ਰਣਾਲੀ ਹੈ ਕਿ ਉਹ ਸਾਡੀ ਗੁਰਮਤ ਵਿਚਾਰਧਾਰਾ ਦੇ ਅਨੁਕੂਲ ਹੋਵੇ, ਤਾਂ ਕਿ ਇਹਨਾਂ ਦੇ ਵਿੱਚੋਂ ਕੋਈ ਵੀ ਵਿਅਕਤੀ ਸਾਡੇ ਨਾਲ ਕਿਸੇ ਮੰਚ ਦੇ ਉੱਪਰ ਚਰਚਾ ਕਰ ਸਕਦਾ ਹੈ, ਜਾਂ ਇਸੇ ਗ੍ਰੰਥ ਦੇ ਵਿੱਚੋਂ, ਜਿਸ ਨੂੰ ਉਹ ਤਾਂ ਕਹਿ ਰਹੇ ਨੇ ਕਿ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਗੋਬਿੰਦ ਰਾਮਾਇਣ ਲਿਖ ਦਿੱਤੀ, ਮੈਂ ਇਸੇ ਗ੍ਰੰਥ ਦੇ ਵਿੱਚੋਂ ਹੀ ਕਹਿੰਦਾ ਕਿ ਕੀ ਤੁਹਾਡੇ ਕੋਲ ਇਹਨਾਂ ਸਵਾਲਾਂ ਦੇ ਜਵਾਬ ਨੇ ਕਿ ਰਾਮ ਦਾ ਰਘੂਕੁਲ ਰੀਤ ਦੇ ਨਾਲ ਕੋਈ ਸੰਬੰਧ ਬਣਦਾ ਹੈ? ਜੇ ਅਗਲੀ ਗੱਲ ਅਸੀਂ ਹੋਰ ਤੇ ਵੀ ਆ ਜਾਈਏ, ਬਾਲੀ ਦਾ ਕਤਲ, ਇਹਦਾ ਜ਼ਿਕਰ ਵੀ ਬੜਾ ਸਪਸ਼ਟ ਤੌਰ ਤੇ ਇਸ ਰਚਨਾ ਦੇ ਵਿੱਚ ਕੀਤਾ ਗਿਆ। ਰਾਮ ਅਵਤਾਰ ਦੇ ਵਿੱਚ ਅਪਣਾਏ ਸੁਗਰੀਵ ਕੋ, ਸੁਗਰੀਵ ਨੂੰ ਤੇ ਅਪਣਾ ਲਿਆ, ਕੋ ਚੱਲੇ ਕਪਰਾਜ ਬਾਲ ਸਿੰਗਾਰ ਕੇ, ਤੇ ਬਾਲੀ ਦਾ ਸਿੰਗਾਰ ਕਰ ਦਿੱਤਾ ਧੋਖੇ ਦੇ ਨਾਲ। ਹੁਣ ਕਿੱਥੇ ਤੇ ਇੱਕ ਔਰਤ ਦੇ ਕਰਕੇ ਇੱਕ ਜਿਹੜਾ ਹੈ ਦੁਸ਼ਮਣ, ਉਸ ਦਾ ਧੋਖੇ ਦੇ ਨਾਲ ਲੁਕ ਕੇ ਤੀਰ ਮਾਰ ਕੇ ਕਤਲ ਕਰ ਦੇਣਾ, ਦੂਜੇ ਪਾਸੇ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਚਮਕੌਰ ਦੀ ਗੜੀ ਦੇ ਵਿੱਚ ਦੁਸ਼ਮਣ ਸਾਹਮਣੇ ਹੈ, ਜਿਹੜਾ ਪ੍ਰਣ ਕਰਕੇ ਆਇਆ ਹੈ ਕਿ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਸਿਰ ਵੱਢ ਕੇ ਲਿਆਉਣਾ ਹੈ। ਪਰ ਜਦੋਂ ਕਲਗੀਧਰ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਸਾਹਮਣੇ ਆਉਂਦਾ ਹੈ ਤੇ ਪਾਤਸ਼ਾਹ ਉਸ ਦੇ ਉੱਪਰ ਵਾਰ ਨਹੀਂ ਕਰਦੇ। ਹੁਣ ਇੱਥੇ ਕਲਗੀਧਰ ਪਾਤਸ਼ਾਹ ਨਹੀਂ ਲੁਕੇ ਹੋਏ, ਦੁਸ਼ਮਣ ਲੁਕਿਆ ਹੋਇਆ ਹੈ, ਤੇ ਪਾਤਸ਼ਾਹ ਕਹਿੰਦੇ ਨਹੀਂ, ਜਿਹੜਾ ਮੈਦਾਨੇ ਜੰਗ ਦੇ ਵਿੱਚ ਲੁਕ ਗਿਆ ਉਸ ਦੇ ਉੱਪਰ ਵਾਰ ਨਹੀਂ ਕਰਨਾ। ਗੁਰੂ ਗੋਬਿੰਦ ਸਿੰਘ ਮਹਾਰਾਜ ਬੜਾ ਸਪਸ਼ਟ ਕਹਿੰਦੇ ਨੇ ਕਿ ਆ ਖਵਾਜ਼ਾ ਮਰਦੂਦ ਸਾਇਆ ਦੀਵਾਰ ਬ ਮੈਦਾਨਾ ਆਮਦ ਬ ਮਰਦਾਨਾ ਵਾਰ, ਦਰੇਗਾ ਅਗਰ ਰੂਏ ਉਦੀਦ में ब यक तीर लाचार बख्शीद में। ਐ ਖਵਾਜ਼ਾ ਖਿਜ਼ਰ ਖਾਨ, ਮੈਂ ਤੇਰੇ ਉੱਪਰ ਇਸ ਕਰਕੇ ਵਾਰ ਨਹੀਂ ਕੀਤਾ ਕਿਉਂਕਿ ਤੂੰ ਮੈਦਾਨੇ ਜੰਗ 'ਚ ਮੇਰੇ ਸਾਹਮਣੇ ਮਰਦਾਂ ਵਾਂਗ ਲੜਿਆ ਹੀ ਨਹੀਂ। ਹੁਣ ਕੀ ਇਹ ਜਿਹੜਾ ਦਸ਼ਰਥ ਪੁੱਤਰ ਰਾਮ ਹੈ, ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਆਦਰਸ਼ ਹੋ ਸਕਦਾ ਹੈ, ਜਿਹੜਾ ਇੱਕ ਦੁਸ਼ਮਣ ਦੇ ਉੱਪਰ ਲੁੱਕ ਕੇ ਵਾਰ ਕਰ ਰਿਹਾ ਤੇ ਗੁਰੂ ਸਾਹਿਬ ਲੁਕੇ ਹੋਏ ਦੁਸ਼ਮਣ ਤੇ ਵਾਰ ਨਹੀਂ ਕਰ ਰਹੇ? ਮੈਂ ਤਾਂ ਹੀ ਕਿਹਾ ਕਿ ਇਸੇ ਸਰੋਤ ਦੇ ਉੱਪਰ ਆਧਾਰਿਤ ਹੀ ਤੁਸੀਂ ਕਿਸੇ ਵੀ ਮੰਚ ਦੇ ਉੱਪਰ ਚਰਚਾ ਕਰਨ ਦੇ ਵਾਸਤੇ, ਚਾਹੇ ਉਹ ਇਕਬਾਲ ਸਿੰਘ ਹੈ, ਚਾਹੇ ਕੋਈ ਸੰਘ ਦੇ ਨਾਲ ਸੰਬੰਧਿਤ ਵਿਦਵਾਨ ਹੈ, ਇਸੇ ਗ੍ਰੰਥ ਦੇ ਉੱਪਰ, ਇਸੇ ਆਧਾਰ ਦੇ ਉੱਪਰ ਹੀ ਚਰਚਾ ਕਰਨ ਦੇ ਵਾਸਤੇ ਕਿਸੇ ਵੀ ਮੰਚ ਦੇ ਉੱਪਰ ਆ ਜਾਵੇ, ਮੈਂ ਤਿਆਰ ਹਾਂ। ਹੁਣ ਅਗਲੀ ਗੱਲ, ਰਾਵਣ। ਤੁਸੀਂ ਵੇਖੋ ਕਿ ਰਾਵਣ ਦੀ ਜਿਹੜੀ ਐਸਟੈਬਲਿਸ਼ਮੈਂਟ ਹੈ, ਤੁਸੀਂ ਮਸਕੀਨ ਸਾਹਿਬ ਨੂੰ ਸੁਣਿਆ ਹੋਵੇਗਾ, ਉਹਨਾਂ ਨੇ ਇੱਕ ਗੱਲ ਕਿਹਾ ਕਿ ਜੇਕਰ ਰਾਵਣ ਦੇ ਨਾਲ ਕਿਸੇ ਨੇ ਇਨਸਾਫ ਕੀਤਾ, ਬਾਕੀ ਕਿਤਾਬਾਂ ਬਾਅਦ ਚ ਆਈਆਂ ਨੇ, ਮੇਰੇ ਕੋਲ ਬਹੁਤ ਪਈਆਂ ਨੇ, ਰਾਵਣ ਸੰਹਿਤਾ, ਦਿਗਵਿਜੇ ਰਾਵਣ, ਲੰਕੇਸ਼ਵਰ, ਬਹੁਤ ਕਿਤਾਬਾਂ ਛਪੀਆਂ ਨੇ ਬਾਅਦ ਦੇ ਵਿੱਚ, ਜਿਹੜੀਆਂ ਕਿ ਜਿਹੜੇ ਵੀਰਾਂ ਨੂੰ ਅਸੀਂ ਦਲਿਤ ਕਹਿੰਦੇ ਸੀ, ਜਿਹੜੀਆਂ ਉਹਨਾਂ ਵਿਦਵਾਨਾਂ ਨੇ ਲਿਖੀਆਂ ਕਿ ਰਾਵਣ ਜਿਹੜਾ ਉਹ ਕਿੰਨਾ ਵੱਡਾ ਦਰਾਵੜ ਰਾਜਾ ਸੀ, ਉਹ ਇੱਕ ਵੱਖਰੀ ਗੱਲ ਹੈ। ਪਰ ਸੰਤ ਸਿੰਘ ਮਸਕੀਨ ਹੋਣਾ ਨੇ ਵੀ ਕਿਹਾ ਕਿ ਜੇਕਰ ਰਾਵਣ ਦੀ ਸ਼ਖਸੀਅਤ ਦੇ ਨਾਲ ਕਿਸੇ ਨੇ ਇਨਸਾਫ ਕੀਤਾ ਹੈ ਤੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੇ ਕੀਤਾ ਹੈ। ਪਰ ਇਹਦੇ ਵਿੱਚ ਰਾਵਣ ਦੀ ਜਿਹੜੀ ਸ਼ਖਸੀਅਤ ਵਿਖਾਈ ਗਈ ਹੈ, ਉਹਦੇ ਵਿੱਚ ਜਿਸ ਵੇਲੇ ਰਾਮ ਆਪਣੇ ਦੋ ਦੂਤ, ਇੱਕ ਰਿਸ਼ ਔਰ ਇੱਕ ਬਾਂਦਰ, ਅੰਗਦ ਤੇ ਹਨੂਮਾਨ ਨੂੰ, ਇਹ ਸ਼ਬਦ ਜਿਹੜੇ ਰਿਸ਼ ਔਰ ਬਾਂਦਰ ਵਰਤੇ ਹੋਏ ਨੇ ਇਸ ਰਚਨਾ ਦੇ ਵਿੱਚ, ਮੈਂ ਆਪਣੇ ਕੋਲੋਂ ਨਹੀਂ ਕਹਿ ਰਿਹਾ, ਪੜ੍ਹ ਕੇ ਵੇਖ ਸਕਦੇ ਹੋ। ਜਦੋਂ ਉਹ ਰਾਵਣ ਦੇ ਕੋਲ ਭੇਜਦਾ ਹੈ ਤੇ ਸਵਾਲਾਂ ਜਵਾਬਾਂ ਦੇ ਵਿੱਚ ਰਾਵਣ ਪਤਾ ਕੀ ਕਹਿੰਦਾ ਹੈ? ਕਹਿੰਦਾ ਕਿਹੜੇ ਧਰਮ ਦੀ ਗੱਲ ਕਰਦੇ ਹੋ, ਕਿਹੜੇ ਦੇਵਤਿਆਂ ਦੀ ਗੱਲ ਕਰਦੇ ਹੋ? ਹੁਣ ਤੁਸੀਂ ਵੇਖਿਓ ਕਿ ਇਹਨਾਂ ਦੇ ਦੇਵਤਿਆਂ ਦੀ ਅਸਲੀਅਤ ਜਿਹੜੀ ਹੈ ਉਹ ਰਾਵਣ ਪੇਸ਼ ਕਿਵੇਂ ਕਰਦਾ ਹੈ। ਉਹ ਕਹਿੰਦਾ ਹੈ ਅਗਨ ਪਾਕ ਕਹੋ ਕਰੇ, ਕਹਿੰਦਾ ਕਿ ਜਿਹੜਾ ਤੁਹਾਡਾ ਦੇਵਤਾ ਵੱਡਾ ਹੈ ਨਾ, ਉਹ ਤਾਂ ਮੇਰੀ ਰਸੋਈ ਦੇ ਵਿੱਚ ਹੁੰਦਾ ਹੈ। ਪਵਨ ਮੁਰਬਾਰ ਬਹਾਰੇ, ਤੇ ਜਿਹਨੂੰ ਤੁਸੀਂ ਪਵਨ ਦੇਵਤਾ ਕਹਿੰਦੇ ਹੋ ਨਾ, ਉਹ ਮੇਰੇ ਦਰਵਾਜ਼ੇ 'ਚ ਸਫਾਈ ਕਰ ਰਿਹਾ ਹੁੰਦਾ। ਚਵਰ ਚੰਦਰਮਾ ਕਰੇ, ਜਿਹਨੂੰ ਤੁਸੀਂ ਚੰਦਰਮਾ ਆਪਣਾ ਦੇਵਤਾ ਮੰਨਦੇ ਹੋ ਨਾ, ਉਹ ਦੇਵਤਾ ਮੇਰੇ ਤੇ ਚਵਰ ਕਰ ਰਿਹਾ ਹੁੰਦਾ ਹੈ। ਤੇ ਸੂਰ ਛਤਰੈ ਸਿਰ ਢਾਰੇ, ਤੇ ਜਿਹੜਾ ਸੂਰਜ ਹੈ ਨਾ, ਉਹ ਮੇਰੇ ਸਿਰ ਦੇ ਉੱਪਰ ਛਤਰ ਦੇ ਵਾਂਗੂ ਆ। ਮਦ ਲక్ష్ਮੀ ਪਿਆਵੰਤ, ਜਿਸ ਲక్ష్ਮੀ ਨੂੰ ਤੁਸੀਂ ਦੇਵੀ ਮੰਨਦੇ ਹੋ ਨਾ, ਉਹ ਤਾਂ ਰੋਜ਼ ਮੈਨੂੰ ਸ਼ਰਾਬ ਪਿਆਉਂਦੀ ਹੈ। ਵੇਦ ਮੁਖ ਬ੍ਰਹਮ ਉਚਰੰਤ, ਤੇ ਜਿਹਨੂੰ ਤੁਸੀਂ ਕਹਿੰਦੇ ਹੋ ਨਾ ਕਿ ਸਾਡਾ ਵੇਦਾਂ ਦਾ ਰਚਨਹਾਰਾ ਬ੍ਰਹਮ ਹੈ, ਉਹ ਤਾਂ ਮੇਰੇ ਦਰਬਾਰ ਤੇ ਬਹਿ ਕੇ ਰੋਜ਼ ਗਾ ਰਿਹਾ ਹੁੰਦਾ। ਕਿਹੜੇ ਦੇਵਤਿਆਂ ਦੀ ਗੱਲ ਕਰਦੇ ਹੋ? ਬਰਨ ਬਾਰ ਨਿਤ ਭਰੇ ਔਰ
ਕੁਲ ਦੇਵਤ ਜ਼ੋਹਰਾਤ। ਕਹਿੰਦਾ ਕਿ ਜਿਹਨੂੰ ਤੁਸੀਂ ਵਰਣ ਦੇਵਤਾ ਕਹਿੰਦੇ ਹੋ ਉਹ ਤਾਂ ਮੇਰਾ ਪਾਣੀ ਭਰਦਾ ਹੈ। ਕਿਹੜੇ ਦੇਵਤਿਆਂ ਦੀ ਗੱਲ ਕਰਦੇ ਹੋ? ਹੁਣ ਤੁਸੀਂ ਵੇਖੋ ਕਿ ਉਹਦਾ ਜਿਹੜਾ ਰੂਪ ਹੈ ਉਹ ਕਿਹੜਾ ਸਿਰਜਿਆ ਜਾ ਰਿਹਾ। ਆ ਸਾਹਮਣੇ ਮੈਨੂੰ ਦੱਸੋ ਕਿਹੜਾ ਵਿਦਵਾਨ ਇਸ ਗੱਲ ਨੂੰ ਮੰਨੇਗਾ ਕਿ ਰਾਵਣ ਕਹਿੰਦਾ ਹੈ ਕਿ ਲక్ష్ਮੀ ਮੈਨੂੰ ਸ਼ਰਾਪ ਪਿਆਉਂਦੀ ਹੈ। ਬ੍ਰਹਮਾ ਜਿਸ ਨੂੰ ਤੁਸੀਂ ਸ੍ਰਿਸ਼ਟੀ ਦਾ ਕਰਤਾ ਮੰਨਦੇ ਹੋ ਉਹ ਮੇਰੇ ਦਰਾਂ ਦੇ ਵਿੱਚ ਬੈਠਾ ਹੋਇਆ। ਮੈਂ ਉਸੇ ਗ੍ਰੰਥ ਦੇ ਵਿੱਚੋਂ ਹਵਾਲੇ ਦੇ ਰਿਹਾ ਤਾਂ ਹੀ ਇਹਨਾਂ ਨੂੰ, ਕਿਉਂਕਿ ਮੈਂ ਜਿਹੜਾ ਅਗਲਾ ਮੇਰਾ ਲੈਕਚਰ ਹੋਵੇਗਾ ਉਹਦੇ ਵਿੱਚ ਮੈਂ ਜਿਹੜੀ ਦਲੀਪ ਸਿੰਘ ਨਾਮਧਾਰੀ ਨੇ ਜਿਹੜੇ ਸ਼ਬਦ ਵਰਤੇ ਨੇ ਮੈਂ ਉਹਨਾਂ ਦਾ ਵੀ ਜਵਾਬ ਦੇਵਾਂਗਾ, ਪਰ ਮੈਂ ਲੜੀਵਾਰ ਇਸ ਸਾਰੀ ਗੱਲ ਨੂੰ ਅੱਗੇ ਤੋਰਨਾ ਚਾਹੁੰਦਾ। ਫਿਰ ਉਸ ਤੋਂ ਬਾਅਦ ਸ਼ੰਭੂਕ ਦਾ ਕਤਲ, ਇਸ ਦਾ ਜ਼ਿਕਰ ਇਸ ਰਾਮ ਅਵਤਾਰ ਦੇ ਵਿੱਚ ਬਖੂਬੀ ਮਿਲਦਾ ਹੈ। ਹੁਣ ਤੁਸੀਂ ਵੇਖ ਲਓ ਕਿ ਇੱਕ ਪਾਸੇ ਤੇ ਰਾਮ ਦਾ ਦਰਬਾਰ ਲੱਗਾ ਹੋਇਆ ਹੈ ਤੇ ਇੱਕ ਬ੍ਰਾਹਮਣ ਆਪਣੇ ਮਰੇ ਹੋਏ ਬੱਚੇ ਦੀ ਲਾਸ਼ ਆਪਣੇ ਹੱਥਾਂ ਦੇ ਵਿੱਚ ਲੈ ਕੇ ਆਉਂਦਾ ਹੈ ਤੇ ਆ ਕੇ ਬੇਨਤੀ ਕਰਦਾ ਹੈ ਕਿ ਰਾਮ ਮੇਰੇ ਪੁੱਤਰ ਦੀ ਮੌਤ ਹੋ ਗਈ ਹੈ ਤੇ ਉਸ ਦਾ ਕਾਰਨ ਜਿਹੜਾ ਲੱਭਿਆ ਜਾਂਦਾ ਹੈ ਕੁੱਲ ਗੁਰੂ ਵਸ਼ਿਸ਼ਟ ਦੇ ਵੱਲੋਂ ਕਿ ਜ਼ਰੂਰ ਤੇਰੇ ਦਰਬਾਰ ਦੇ ਵਿੱਚ ਕੋਈ ਸ਼ੂਦਰ ਭਗਤੀ ਕਰ ਰਿਹਾ। ਇਹ ਰਾਮ ਰਾਜ ਹੈ। ਇਸ ਰਾਮ ਰਾਜ ਦੀ ਗੱਲ ਕੀਤੀ ਜਾ ਰਹੀ ਹੈ। ਇਸ ਰਾਮ ਰਾਜ ਦੇ ਸੁਪਨੇ ਵਿਖਾਏ ਜਾ ਰਹੇ ਨੇ। ਇਸ ਰਾਮ ਰਾਜ ਨੂੰ ਕਿਹਾ ਜਾ ਰਿਹਾ ਕਿ ਅੱਛੇ ਦਿਨ ਆਏਂਗੇ। ਔਰ ਸੱਚਮੁੱਚ ਜੋ ਕੁਝ ਉਸ ਰਾਮ ਰਾਜ ਦੇ ਵਿੱਚ ਹੋਇਆ ਅੱਜ ਇਸ ਰਾਮ ਰਾਜ ਦੇ ਵਿੱਚ ਵੀ ਸ਼ੂਦਰਾਂ ਦੇ ਨਾਲ ਇਹੀ ਕੁਝ ਹੋ ਰਿਹਾ ਹੈ। ਔਰ ਮੈਂ ਸਾਰਾ ਇਸ ਰਾਮਾਵਤਾਰ ਦੇ ਵਿੱਚੋਂ ਹੀ ਤੁਹਾਡੇ ਨਾਲ ਸਾਂਝਾ ਕਰ ਰਿਹਾ। ਤੁਸੀਂ ਇਸ ਨੂੰ ਰਾਮਾਵਤਾਰ ਕਹਿ ਲਓ, ਤੁਸੀਂ ਇਸ ਨੂੰ ਗੋਬਿੰਦ ਰਾਮਾਇਣ ਕਹਿ ਲਿਓ, ਮੈਂ ਇਹਦੇ ਵਿੱਚੋਂ ਹੀ ਤੁਹਾਡੇ ਨਾਲ ਸਾਰੇ ਪ੍ਰਮਾਣ ਸਾਂਝੇ ਕਰ ਰਿਹਾ ਔਰ ਇਹਦੇ ਵਿੱਚੋਂ ਹੀ ਤੁਹਾਨੂੰ ਚੈਲੰਜ ਕਰਦਾ ਕਿ ਆਓ ਕਿਸੇ ਮੰਚ ਦੇ ਉੱਪਰ ਮੇਰੇ ਸਾਹਮਣੇ ਮੇਰੇ ਨਾਲ ਕਰੋ ਚਰਚਾ ਕਿ ਗੁਰੂ ਗੋਬਿੰਦ ਸਿੰਘ ਦਾ ਇਸ਼ਟ ਕਿਹੜਾ ਹੈ। ਹੁਣ ਅੱਗੇ ਆ ਜਾਓ। ਰਾਮ ਨੂੰ ਪਤਾ ਲੱਗਦਾ ਹੈ ਕਿ ਇੱਕ ਸ਼ੂਦਰ ਭਗਤੀ ਕਰ ਰਿਹਾ ਹੈ ਤੇ ਉਸ ਤੋਂ ਬਾਅਦ ਹੁਤੋ ਇੱਕ ਸ਼ੂਦਰਨ ਦਿਸ਼ਾ ਉੱਤਰ ਮੱਧਮ, ਉੱਤਰ ਦਿਸ਼ਾ ਵੱਲ ਇੱਕ ਸ਼ੂਦਰ ਜਿਹੜਾ ਉਹ ਭਗਤੀ ਕਰ ਰਿਹਾ। ਕਰ ਕਿਵੇਂ ਲਿਆ? ਝੂਲੇ ਕੂਪ ਮੱਧਮ, ਖੂਹ ਦੇ ਵਿੱਚ ਪੁੱਠਾ ਲਮਕਿਆ ਪਿਆ ਹੈ, ਪਰਿਓ ਉਦ ਮੁਖਮ, ਮੂੰਹ ਉਹਦਾ ਪੁੱਠੇ ਪਾਸੇ ਹੈ। ਰਾਮ ਜਾਂਦਾ ਹੈ, ਉਹਦੇ ਨਾਲ ਸਵਾਲ ਜਵਾਬ ਕਰਦਾ ਹੈ, ਉਹ ਪੜ੍ਹੇ ਜਾ ਸਕਦੇ ਨੇ। ਹਨਿਓ ਤਹਿ ਰਾਮਨ, ਰਾਮ ਨੇ ਉਸ ਦਾ ਕਤਲ ਕਰ ਦਿੱਤਾ। ਅਸ ਅੱਗੇ ਹੈਗਾ ਕਿ ਅਸੰ ਆਪ ਹੱਥੋਂ, ਆਪਣੇ ਹੱਥ ਦੀ ਕਿਰਪਾਨ ਦੇ ਨਾਲ ਰਾਮ ਨੇ ਇੱਕ ਦਲਿਤ ਦਾ ਇਸ ਕਰਕੇ ਕਤਲ ਕਰ ਦਿੱਤਾ ਕਿ ਉਹ ਪਰਮਾਤਮਾ ਦੀ ਆਰਾਧਨਾ ਕਰ ਰਿਹਾ। ਹੁਣ ਕੀ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਆਦਰਸ਼ ਇਹ ਹੋ ਸਕਦਾ ਹੈ? ਗੁਰੂ ਸਾਹਿਬ ਕੀ ਕਹਿੰਦੇ ਨੇ? ਜਿਨ ਕੀ ਜਾਤ ਪਾਤ ਕੁਲ ਮਾਹੀ, ਸਰਦਾਰੀ ਨਾ ਭਈ ਕਦਾਹੀ, ਤਿਨਹੀ ਕੋ ਸਰਦਾਰ ਬਣਾਉ, ਤਬੇ ਗੋਬਿੰਦ ਸਿੰਘ ਨਾਮ ਕਹਾਉ। ਕੀ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਇਸ਼ਟ ਇਹ ਹੋ ਸਕਦਾ ਹੈ ਜਿਸ ਦੇ ਰਾਜ ਦੇ ਵਿੱਚ ਇੱਕ ਸ਼ੂਦਰ ਨੂੰ ਭਗਤੀ ਕਰਨ ਕਰਕੇ ਭਗਵਾਨ ਜਿਹੜਾ ਅਖਵਾਉਣ ਵਾਲਾ ਰਾਮ ਹੈ ਦਸ਼ਰਥ ਦਾ ਪੁੱਤਰ, ਉਹ ਆਪਣੇ ਹੱਥ ਦੇ ਵਿੱਚ ਕਿਰਪਾਨ ਲੈ ਕੇ ਆਪ ਕਤਲ ਕਰਦਾ ਹੈ ਤੇ ਦੂਜੇ ਪਾਸੇ ਕਲਗੀਧਰ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਮਹਾਰਾਜ ਉਹਨਾਂ ਅਖੌਤੀ ਸ਼ੂਦਰਾਂ ਦੇ ਹੱਥਾਂ ਦੇ ਵਿੱਚ ਤਲਵਾਰਾਂ ਦਿੰਦੇ ਨੇ ਤੇ ਜਿਹੜੇ ਆਪਣੇ ਆਪ ਨੂੰ ਉੱਚ ਸ਼੍ਰੇਣੀ ਦੇ ਕਹਿੰਦੇ ਨੇ ਉਹ ਉਹਨਾਂ ਦੇ ਨਾਲ ਬੈਠ ਕੇ ਅੰਮ੍ਰਿਤ ਸੰਸਕਾਰ ਦੇ ਵਿੱਚ ਸ਼ਾਮਲ ਹੋਣ ਨੂੰ ਤਿਆਰ ਨੇ। ਉਸ ਤੋਂ ਜੇ ਹੋਰ ਅੱਗੇ ਚਲੇ ਜਾਈਏ, ਕਸ਼ੂ ਦਾ ਜਨਮ। ਹੁਣ ਮੈਂ ਅੱਗੇ ਗੱਲ ਫਿਰ ਕਹਿੰਦਾ ਕਿ ਅੱਗੇ ਜਾ ਕੇ ਬਲੱਡ ਲਾਈਨ ਫਿਰ ਟੁੱਟ ਜਾਂਦੀ ਹੈ। ਮਹਾਰਿਸ਼ੀ ਵਾਲਮੀਕ ਦੇ ਆਸ਼ਰਮ ਦੇ ਵਿੱਚ ਭਗਵਾਨ ਰਾਮ ਦੀ ਪਤਨੀ ਸੀਤਾ, ਔਰ ਤੁਸੀਂ ਇਸੇ ਰਚਨਾ ਵਿੱਚ ਪੜ੍ਹ ਕੇ ਹੈਰਾਨ ਹੋ ਜਾਵੋਗੇ ਕਿ ਔਰਤ ਦੇ ਉੱਪਰ ਕਿੰਨੇ ਜ਼ੁਲਮ ਕੀਤੇ ਜਾਂਦੇ ਨੇ ਕਿ ਜਦੋਂ ਸੀਤਾ ਨੂੰ ਘਰੋਂ ਬਾਹਰ ਕੱਢਿਆ ਜਾਂਦਾ, ਉਹ ਗਰਭਵਤੀ ਹੈ, ਉਹ ਵਾਲਮੀਕੀ ਆਸ਼ਰਮ ਦੇ ਵਿੱਚ ਆ ਕੇ ਬੱਚੇ ਨੂੰ ਜਨਮ ਦਿੰਦੀ ਹੈ। ਨਾਮ ਲਵ ਰੱਖਿਆ ਜਾਂਦਾ ਹੈ। ਕਿਸੇ ਕਾਰਨ ਕਰਕੇ ਉਹ ਬੱਚਾ ਪੰਘੂੜੇ 'ਚ ਨਜ਼ਰ ਨਹੀਂ ਆਉਂਦਾ ਤੇ ਮਹਾਰਿਸ਼ੀ ਵਾਲਮੀਕੀ ਕਰਦੇ ਨੇ ਕਿ ਕੁਛ ਕਾਹੀ ਦਾ, ਆਮ ਜਿਹੜੀ ਕਾਹੀ ਹੁੰਦੀ ਹੈ ਘਾਹ ਫੂਸ, ਉਹਦਾ ਇਕੱਠਾ ਕਰਕੇ ਇੱਕ ਪੁਤਲਾ ਬਣਾਉਂਦੇ ਨੇ, ਉਹਦੇ ਵਿੱਚ ਜਾਨ ਫੂਕ ਦਿੰਦੇ ਨੇ। ਇਸ ਦਾ ਜ਼ਿਕਰ ਬਕਾਇਦਾ ਰਾਮ ਅਵਤਾਰ ਦੇ ਵਿੱਚ ਮਿਲਦਾ ਹੈ। ਉਹਦੇ ਵਿੱਚ ਮਿਲਦਾ ਹੈ ਕੁਸ਼ਾ ਹਾਥ ਲੈ ਰਚਿਓ ਏਕ ਬਾਲੰ, ਕੁਸ਼ਾ ਹਾਥ ਲੈ ਰਚਿਓ ਏਕ ਬਾਲੰ, ਹੱਥ ਦੇ ਵਿੱਚ ਕੁਸ਼ਾ ਨੂੰ ਲੈ ਕੇ ਇੱਕ ਬਾਲ ਦੀ ਰਚਨਾ ਕਰ ਦਿੱਤੀ ਜਿਹੜਾ ਕਿ ਬਿਲਕੁਲ ਲਵ ਵਰਗਾ ਹੀ ਸੀ। ਹੁਣ ਸਵਾਲ ਇੱਥੇ ਪੈਦਾ ਹੁੰਦਾ ਹੈ ਕਿ ਬਲੱਡ ਲਾਈਨ ਤਾਂ ਫਿਰ ਟੁੱਟ ਗਈ, ਫਿਰ ਕੁਸ਼ ਨੇ ਜੇ ਕਸੂਰ ਸ਼ਹਿਰ ਵਸਾਇਆ ਤਾਂ ਉਹ ਵੀ ਰਾਮ ਦੀ ਬਲੱਡ ਲਾਈਨ ਦੇ ਵਿੱਚੋਂ ਨਹੀਂ ਹੈਗਾ, ਉਹ ਵੀ ਉਸ ਵੰਸ਼ ਪਰੰਪਰਾ ਦੇ ਵਿੱਚੋਂ ਨਹੀਂ ਹੈਗਾ। ਤੁਸੀਂ ਕਿਸ ਤਰ੍ਹਾਂ ਕਸੂਰ ਸ਼ਹਿਰ ਦੇ ਨੂੰ ਕੁਸ਼ ਦੇ ਨਾਲ ਜੋੜ ਕੇ ਆਪਣੇ ਨੂੰ ਜਾਂ ਸਾਡੇ ਗੁਰੂ ਸਾਹਿਬਾਨ ਨੂੰ ਜੋੜਨਾ ਚਾਹੁੰਦੇ? ਸੋ ਪਹਿਲਾਂ ਤਾਂ ਰਘੂਕੁਲ ਦੇ ਨਾਲੋਂ ਜਦੋਂ ਖੀਰ ਦੇ ਕੇ ਬੱਚੇ ਹੋਏ ਉਦੋਂ ਵੀ ਬਲੱਡ ਲਾਈਨ ਟੁੱਟ ਗਈ, ਬਲੱਡ ਲਾਈਨ ਹੁਣ ਵੀ ਟੁੱਟ ਰਹੀ ਹੈ, ਵੰਸ਼ ਪਰੰਪਰਾ ਹੁਣ ਵੀ ਟੁੱਟ ਰਹੀ ਹੈ। ਮੈਂ ਕਹਿੰਦਾ ਇਸੇ ਗ੍ਰੰਥ ਦੇ ਉੱਪਰ ਆ ਕੇ ਚਰਚਾ ਤੇ ਕਰੋ ਕਿਹੜੀ ਵੰਸ਼ ਪਰੰਪਰਾ ਦੀ ਗੱਲ ਕਰਦੇ ਹੋ। ਜੇ ਹੋਰ ਅਸੀਂ ਅੱਗੇ ਆ ਜਾਈਏ, ਪਹਿਲਾਂ ਗਰਭਵਤੀ ਸੀਤਾ ਨੂੰ ਬਨਵਾਸ ਦਿੱਤਾ ਜਾਂਦਾ ਹੈ, ਫਿਰ ਲਵ ਤੇ ਕੁਸ਼ ਦੇ ਨਾਲ ਜੰਗ ਹੁੰਦਾ ਹੈ, ਜਿਸ ਜੰਗ ਦੇ ਵਿੱਚ ਇਹ ਸਾਰੇ ਭਰਾ ਮਾਰੇ ਜਾਂਦੇ ਨੇ। ਲక్ష్మణ ਵੀ ਮਾਰਿਆ ਜਾਂਦਾ ਹੈ, ਰਾਮ ਵੀ ਮਾਰਿਆ ਜਾਂਦਾ ਹੈ, ਸਾਰੇ ਮਾਰੇ ਜਾਂਦੇ ਨੇ। ਸੀਤਾ ਦੁਖੀ ਹੋ ਜਾਂਦੀ ਹੈ।
सीता दुखी होके फिर अपने बच्चों को कहती है कि किसी तरह के नाल जिंदा करो, फिर उन्होंने जींदे किया जाता है, फिर वापस वो अयोध्या चले जाते हैं, उस नगरी चले जाते हैं। ये सारी जिहड़ी परंपरा उस ग्रंथ के मुताबिक मैं तुहाडे नाल साझी करी जा रहा। हुण तुसीं वेखो कि सीता के दुखों का कारण पहली गल तां ये कि द्रावड़ होण करके शुरू दे विच ही ये तय सी कि किसी ना किसी तरह के नाल असी द्रावड़ां नूं खत्म करना है। ये युद्ध आर्या ते द्रावड़ दा है जे होया ते। दूसरी गल, सीता नूं बहाना बनाया गया। तीसरी गल, जदों सीता लंका दे विचों वापस आई गई तां भी उहदी अग्नि प्रीख्या लई गई। भावें कि महर्षि वाल्मीकि दी रामायण दे विच रावण दा करैक्टर इन्ना उच्चा दस्सिया गया, वो कहंदा जनक नंदनी, जनक दी बेटी सीता, बेशक मैं तैनूं चाहुंदा हां पर जिन्ना चिर तक मानसिक तौर ते उपर तूं मैनूं प्रवान नहीं करेंगी मैं तैनूं हत्थ नहीं लावांगा। ये उहदा करैक्टर है। इहदे बावजूद भी पहली वारी उहदी अग्नि प्रीख्या लई जांदी है, दूसरी वारी फिर अग्नि प्रीख्या लई जांदी है। वो औरत किन्नी दुखी होवेगी। हुण वो इन्नी दुखी है कि इसे ही राम अवतार दे विच जिक्र आउंदा है कि एक दिन अपनियां सहेलियां दे नाल बाग दे विच वो पता की करदी है, कहंदी एक दिवस जानकी त्रिया सिखा, कि जिहड़ी जानकी त्री है, जिहड़ी जनक दी बेटी सीता है, वो पता की करदी है, वो करदी है भीत भये रावण कह लिखा। एक कंध दे उपर रावण लिख दिंदी है जां रावण दी तस्वीर बना दिंदी है। हुण ये तस्वीर बनाउण दा कारण की है? शायद उसनूं ये पता लग चुका है कि रावण राम दे नालों इखलाक दा बहुत उच्चा सी। शायद उसनूं पता लग जाता है कि दुश्मन दी पत्नी नूं चुक्कण तो बाद भी जिहड़ा रावण है उसने अपने इखलाक नूं इन्ना उच्चा रखिया। पर इत्थे तां बार-बार परीक्षावां देणियां पै रहीआं ने। राम फिर उहदे ते शक करदा है। इसे ही राम अवतार दे विच, इसे ही गोबिंद रामायण दे विच राम फिर शक करदा है, कहंदा तेरे मन दे विच रावण क्यों वसिया है? हुण ये सवाल मेरा तुहाडे सामने है। राम दा दुश्मन है रावण ते सीता कंध दे उपर उसका नाम लिख रही है, कुछ स्रोतां दे मुताबिक उसकी तस्वीर बना रही है। पर मैं तुहाडे सामने उसे ही गोबिंद रामायण दे विचों हवाला दे रहा है। भीत भये रावण तह लिखा, भीत कंध, कंध दे उपर तह उसने रावण लिख दिता। क्यों लिखिया? इस सवाल का जवाब दिओ, रावण क्यों लिखिया? ठीक है। उस तो बाद राम की कहता है, या तो कुछ रावण से होता, रावण दे नाल तेरा कोई लगा जरूर है, या तो कुछ रावण से होता। उस तो बाद वो फिर दुखी होके जमीन दे विच समा जाती है, भाव आत्म हत्या कर लैंदी है। उहदे तो बाद सारा जिहड़ा परिवार है उसका नाश हो जाता है। तो ये सारी कहानी सुनाउण तो बाद गुरु गोबिंद सिंह महाराज दी जिहड़ी लिखत, चाहे उसनूं अनुवाद कह लो, चाहे असी उसनूं ना मनीए, चाहे उसनूं सुतंत्र रचना मान लो, फिर अखीर ते गल की आ जाती है, पाहे गए चबते तुमरे तबते को आँख तरे नहीं आन्यो, राम रहीम पुराण कुरान अनेक कहें मत एक न मान्यो, सिमरत शास्त्र वेद सबे बहु भेद कहें हम एक न जान्यो। ये सारा उसका तत्सार है। सो मैं इन्हां वीरां नूं खास करके जिहड़े पटने वाले ने उन्हां नूं कहने कि इसे मुद्दे के उपर, इसे ही ग्रंथ के उपर किसी भी चैनल के उपर चर्चा करने नूं तैयार ने, पर नहीं तैयार होणगे। संप्रदायी जवाब नहीं देणगे क्योंकि उन्होंने राजनीतिक हित ने। मैनूं तुसीं कुछ दसम ग्रंथी कह लोगे, कुछ मिशनरी कह लोगे, कुछ टकसाली कह लोगे, गालां कढ लवोगे, पर मैं तुहानूं एक गल दसना चाहुंदा कि जेकर तुसीं उन्हां दीआं नीतियां नूं समझना है, उन्हां नूं पढ़ो। और जिस सिखां दी नीति तो वो सब तो वध दुखी ने, स्कूल ऑफ थाट तो दुखे ने, वो साडे गुरु साहब की विचारधारा तो बाद जिहड़ा कान सिंह नाभा ने, सरदार कपूर सिंह ने, ज्ञानी दित सिंह होना ने, इन्हां तो इलावा सरदार करण सिंह हिस्टोरीअन ते डॉक्टर गंडा सिंह ने जिहड़ा पैटर्न साडे सामने इतिहास दा ते गुरमत स्रोतां दा रखिया है, तुहानूं उस नूं फॉलो करना पवेगा। ये कह के कि ये ग्रंथ साडा नहीं, बरी होना बड़ा सौखा है, पर टेबल टाक दे उपर जिन्ना चिर तुसीं इन्हां स्रोतां दा अध्ययन अपनी गुरमत विचारधारा दे अनुकूल नहीं करोगे, तुसी उन्हां दे नाल ये विचारधारक जंग नहीं लड़ पाओगे। सो मेरियां फिर आखिर दे विच यही बेनती है कि ये इस लड़ी का दूजा भाग सी। तीजे भाग दे विच कुछ होर स्पष्ट करने की कोशिश करांगे। मैं फिर एक बेनती कर देवां कि जेकर तुसी अज वाले विख्यान नूं समझना है तुहानूं पहला भाग जरूर वेखना पवेगा क्योंकि वो इसका आधार है। इस तो बाद तीजे दे विच असीं अगली गलबात करांगे। इन्नियां क बेनतियां प्रवान फतेह दी सांझ गज के आखियो जी। वाहिगुरू जी का खालसा, वाहिगुरू जी की फतेह।